ਇੰਨਾ ਕੁ ਸਸਪੈਂਸ ਉਹ ਰੱਖ ਲੈਂਦੇ ਨੇ। ਇਸ ਵਿੱਚ ਵੱਡੇ ਵੱਡੇ ਸੀਨ ਉਹਨਾਂ ਨੇ ਜ਼ਰੂਰ ਹੁਣ ਤੱਕ ਕ੍ਰੀਏਟ ਕੀਤੇ ਨੇ। ਕਲਾਈਮੈਕਸ ਤੇ ਉਹਨਾਂ ਦੀ ਫਿਲਮ ਜਿਹੜੀ ਹੈ ਉਹ ਜਾਂਦੀ ਲੱਗਦੀ ਸੀ ਮਹੀਨਾ ਕੁ ਪਹਿਲਾਂ, ਪਰ ਮੈਨੂੰ ਲੱਗਦਾ ਕਲਾਈਮੈਕਸ ਅਜੇ ਆਇਆ ਨਹੀਂ। ਇੱਕ ਦਿਨ ਚੋਣ ਜਾਬਤਾ ਲੱਗ ਜਾਣਾ ਹੈ ਤੇ ਸਿੱਧੂ ਸਾਹਿਬ ਕਿਸ ਕਰਵਟ ਬੈਠਣਗੇ ਇਸ ਬਾਰੇ ਕਿਸੇ ਨੂੰ ਪਤਾ ਨਹੀਂ। ਹੁਣ ਅਦਾਲਤੀ ਕਾਰਵਾਈ ਜਿਹੜੀ ਹੈ ਉਹ ਜਿਹੜੀ ਚੱਕੀ ਆ ਹੌਲੀ ਚੱਲ ਰਹੀ ਹੈ। ਅਦਾਲਤੀ ਕਾਰਵਾਈ ਤੋਂ ਨਾਰਾਜ਼ ਨੇ ਸਿੱਧੂ। ਕੈਪਟਨ ਅਮਰਿੰਦਰ ਸਿੰਘ ਪਿਛਲੇ 30 ਸਾਲਾਂ ਦੇ ਜੇ ਪੰਜਾਬ ਕਾਂਗਰਸ ਦਾ ਅਸੀਂ ਜਾਂ 25 ਦਾ ਰਿਕਾਰਡ ਦੇਖਣਾ ਹੋਵੇ, ਪੰਜਾਬ ਕਾਂਗਰਸ ਦਾ ਇੱਕੋ ਇੱਕ ਵੱਡਾ ਚਿਹਰਾ ਜਿਹੜਾ ਰਹੇ ਨੇ ਉਹ ਕੈਪਟਨ ਅਮਰਿੰਦਰ ਸਿੰਘ ਰਹੇ ਨੇ ਜੀ। ਇਸ ਸਮੇਂ ਦੇ ਵਿੱਚ ਉਹਨਾਂ ਦੇ ਪ੍ਰਸ਼ੰਸਕਾਂ ਦੀ, ਸਮਰਥਕਾਂ ਦੀ, ਉਹਨਾਂ ਦੇ ਨਾਲ ਜੁੜੇ ਹੋਏ ਲੋਕਾਂ ਦੀ ਗਿਣਤੀ ਹੈ ਤੇ ਜਾਂ ਕਿਸਮ ਹੈ ਉਹ ਜਿਹੜੀ ਹੈ ਨਵਜੋਤ ਸਿੰਘ ਸਿੱਧੂ ਦੇ ਅਜੇ ਕੋਲ ਨਹੀਂ। ਭਾਵੇਂ ਨਵਜੋਤ ਸਿੰਘ ਸਿੱਧੂ ਨੇ ਬਹੁਤ ਦਹਾੜਾਂ ਮਾਰੀਆਂ ਸੀ ताजपोशी तो बाद या ताजपोशी वेले, लेकिन लांग खुल्द से आदम का सुनते आए थे, लेकिन बड़े बेआबरू होकर तेरे कूचे से हम निकले। अमरीका ने इस तरह अफगानिस्तान छड्डना है, इस गल का किसी को अंदाजा नहीं सी। गवाह दस रहे हैं कि उस हैलीकाप्टर दे नाल एक व्यक्ति नूं लमकाया होया सी जो ट्रांसलेटर सी, दो भाषिया सी, जो कदे अमरीकन फौज दे नाल काम करदा रहा सी। अमरीका इस वेले उत्थों निकल चुका है। ਉਹਨਾਂ ਦੀਆਂ ਫੋਟੋਆਂ ਵੀ ਆ ਗਏ ਨੇ ਕਿ ਆਖਰੀ ਕਮਾਂਡਰ ਉਹਨਾਂ ਦਾ ਉੱਥੋਂ ਨਿਕਲ ਗਿਆ, ਪਰ ਅਸਲ ਵਿੱਚ ਕੀ ਉਹ ਸੱਚੀ ਮੁੱਚੀ ਨਿਕਲ ਗਏ ਨੇ ਜਾਂ ਕੋਈ ਉਹਨਾਂ ਜਹਾਜ਼ਾਂ ਦੇ ਵਿੱਚ ਕੋਈ ਜਾਂ ਹੋਰ ਕਿਤੇ ਇਹੋ ਜਿਹੀ ਟੈਕਨੋਲੋਜੀ ਪਾ ਗਏ ਨੇ ਜਿਹੜੀ ਭਵਿੱਖ ਵਿੱਚ ਉਹਨਾਂ ਲਈ ਕਾਰਗਰ ਸਾਬਤ ਹੋਵੇਗੀ ਤੇ ਜਿਹੜੀ ਤਾਲਿਬਾਨ ਨੂੰ ਸਮਝ ਨਹੀਂ ਆਉਣੀ। ਐਂਡੈਮਿਕ ਇਹ ਹੈ ਜਿਵੇਂ ਇਹ ਕਹਿ ਦਈਏ ਕਿ ਇਹਨੇ ਹਮੇਸ਼ਾ ਇੱਥੇ ਹੀ ਰਹਿਣਾ ਕਰੋਨਾ ਨੇ, ਇਹ ਜਾਵੇਗਾ ਨਹੀਂ। ਤੇ ਜਿਵੇਂ ਬਾਕੀ ਬਿਮਾਰੀਆਂ ਐਗਜ਼ਿਸਟ ਕਰਦੀਆਂ ਨੇ ਇਸੇ ਤਰ੍ਹਾਂ ਇਹ ਵੀ ਐਗਜ਼ਿਸਟ ਕਰਨ ਦੀ ਸਥਿਤੀ ਵਿੱਚ ਪਹੁੰਚ ਗਈਆਂ ਹੋ ਸਕਦੀ ਹੈ। ਕੈਪਟਨ ਸਾਹਿਬ ਕਹਿੰਦੇ ਵੀ 90% ਦੀ ਚੋਣ ਵਾਅਦੇ ਅਸੀਂ ਪੂਰੇ ਕਰ ਲਏ ਨੇ, 547 ਵਾਅਦੇ ਕੀਤੇ ਸੀ, 422 ਪੂਰੇ ਕਰ ਲਏ ਨੇ, 17 ਲੱਖ ਅਸੀਂ ਨੌਕਰੀਆਂ ਵੰਡਤੀਆਂ ਨੇ, 750 ਤੋਂ 1500 ਅਸੀਂ ਪੈਨਸ਼ਨ ਕਰਤੀ ਹੈ। ਪੰਜਾਬ ਨੂੰ ਇਹਨਾਂ ਦੇ ਸੋਨੇ ਦੀ ਚਿੜੀ ਬਣਾਤਾ, ਹੁਣ ਵਿਹਲੇ ਹੋ ਕੇ ਲੜਾਈ ਕਰ ਰਹੇ ਨੇ। ਕੀ ਇਹ ਸਿਆਸਤ ਦੇ ਨਸ਼ੇ 'ਚ ਰੌਲਾ ਪਾ ਰਹੇ ਨੇ ਜਾਂ ਬੇਸ਼ਰਮੀ ਦਾ ਰੌਲਾ? ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਪੰਜਾਬੀ ਨੈਸ਼ਨਲ ਟੀਵੀ ਤੇ ਖਾਸ ਮੁੱਦਿਆਂ ਤੇ ਚਰਚਾ ਕਰਨ ਵਾਲਾ ਪ੍ਰੋਗਰਾਮ ਵਿਚਾਰ ਚਰਚਾ ਲੈ ਕੇ ਇੱਕ ਵਾਰ ਫਿਰ ਤੋਂ ਹਾਜ਼ਰ ਹੋ ਗਏ ਹਾਂ। ਗੱਲ ਕਰਾਂਗੇ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਦੀ, ਜਿਹੜੇ ਕਿ ਅੰਦਰੂਨੀ ਕਲੇਸ਼ ਨੂੰ ਠੱਲ ਪਾਉਣ ਪੰਜਾਬ ਆਏ ਸੀ ਤੇ ਵਿਵਾਦਾਂ ਨੂੰ ਆਉਂਦਿਆਂ ਹੀ ਜੱਫੀ ਮਾਰ ਲਈ। ਕੀ ਹੈ ਪੂਰਾ ਮਾਮਲਾ ਤੁਹਾਨੂੰ ਪ੍ਰੋਗਰਾਮ 'ਚ ਦੱਸਾਂਗੇ। ਇਸ ਤੋਂ ਇਲਾਵਾ ਗੱਲ ਕਰਾਂਗੇ ਅਫਗਾਨਿਸਤਾਨ ਦੀ, ਜਿੱਥੋਂ ਕਿ ਅਮਰੀਕਾ ਦੀ ਫੌਜ ਦੀ ਮੁਕੰਮਲ ਵਾਪਸੀ ਹੋ ਚੁੱਕੀ ਹੈ, ਪਰ ਭਾਰਤ ਦੀ ਤਾਲਿਬਾਨ ਦੇ ਨਾਲ ਇਸ ਵੇਲੇ ਕੀ ਗੱਲ ਚੱਲ ਰਹੀ ਹੈ। ਹੋਰ ਵੀ ਬਹੁਤ ਸਾਰੇ ਮੁੱਦੇ ਨੇ ਜਿਹੜੇ ਅੱਜ ਵਿਚਾਰਾਂਗੇ। ਜਲਿਆਂਵਾਲੇ ਬਾਗ ਦੀ ਵੀ ਗੱਲ ਕਰਾਂਗੇ, ਜਿਹਦੇ ਮੁੜ ਨਿਰਮਾਣ ਨੂੰ ਲੈ ਕੇ, ਨਵੀਨੀਕਰਨ ਨੂੰ ਲੈ ਕੇ ਸਿਆਸਤਬਾਜ਼ੀ ਵੀ ਹੋ ਰਹੀ ਹੈ ਤੇ ਬਿਆਨਬਾਜ਼ੀ ਵੀ ਹੋ ਰਹੀ ਹੈ। ਕੀ ਇਹ ਸੁੰਦਰੀਕਰਨ ਸਹੀ ਹੈ ਜਾਂ ਗਲਤ? ਇਹ ਜਾਣਾਂਗੇ ਆਪਣੇ ਮਾਹਿਰ ਮਹਿਮਾਨ ਤੋਂ। ਮੇਰੇ ਨਾਲ ਸਟੂਡੀਓ 'ਚ ਇਸ ਵੇਲੇ ਮੌਜੂਦ ਨੇ ਸਰਦਾਰ ਕੁਲਦੀਪ ਸਿੰਘ ਜੀ ਹੀਰ। ਸਤਿ ਸ਼੍ਰੀ ਅਕਾਲ ਕੁਲਦੀਪ ਜੀ, ਸਵਾਗਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਸਵਲੀਨ। ਕੁਲਦੀਪ ਜੀ, ਮੁੱਦੇ ਤੇ ਬੜੇ ਨੇ, ਪਰ ਸ਼ੁਰੂਆਤ ਪੰਜਾਬ ਦੀ ਸਿਆਸਤ ਤੋਂ ਕਰਦੇ ਹਾਂ, ਸਪੈਸ਼ਲੀ ਕਾਂਗਰਸ ਤੋਂ, ਜਿੱਥੇ ਆਏ ਦਿਨ ਕੋਈ ਨਾ ਕੋਈ ਰੌਲਾ ਪਿਆ ਹੀ ਰਹਿੰਦਾ। ਸ਼ੁਰੂਆਤ ਬੇਸ਼ੱਕ ਕਰ ਲਓ ਪਰ ਖਤਮ ਨਹੀਂ ਹੋਣੀ ਹੈ। ਖਤਮ ਵਾਕਿਆ ਹੀ ਨਹੀਂ ਹੋਣੀ ਜੀ। ਸਿੱਧੂ ਸਾਹਿਬ ਦੀ ਜੇ ਗੱਲ ਕਰੀਏ ਤੇ ਕੱਲ ਫਿਰ ਉਹਨਾਂ ਨੇ ਕੁਝ ਮੁੱਦੇ ਚੁੱਕੇ ਨੇ, ਆਪਣੇ ਵੀ ਦਬੱਲੇ ਨੇ, ਬਾਦਲ ਕਿਆਂ ਨੂੰ ਵੀ ਚੁੰਡੀ ਵੱਢੀ ਆ। ਕਿਹੜੇ ਮੁੱਦੇ ਚੁੱਕੇ ਨੇ ਕੱਲ ਉਹਨਾਂ ਨੇ? ਸਿੱਧੂ ਬੜੇ ਉਤਰਾ ਚੜਾਅ ਉਹਨਾਂ ਨੇ ਵੇਖੇ ਨੇ ਤੇ ਜਿਹੜੇ ਲੋਕ ਉਹਨਾਂ ਨੂੰ ਪਿਛਲੇ ਲੰਬੇ ਸਮੇਂ ਤੋਂ ਦੇਖ ਰਹੇ ਨੇ, ਖਾਸ ਤੌਰ ਤੇ ਉਹਨਾਂ ਦੇ ਖੇਡ ਜੀਵਨ ਤੋਂ ਲੈ ਕੇ ਹੁਣ ਤੱਕ, ਤੇ ਇਸ ਤਰ੍ਹਾਂ ਉਤਰਾ ਚੜਾਅ ਖੈਰ ਜੀਵਨ ਵਿੱਚ ਆਉਂਦੇ ਜਾਂਦੇ ਨੇ। ਪਰ ਹੁਣ ਜਿਵੇਂ ਉਹ ਮੁੱਦਿਆਂ ਨੂੰ ਲੈ ਕੇ ਪਲਟੀ ਮਾਰ ਰਹੇ ਨੇ, ਇਹਨਾਂ ਤੇ ਗੱਲ ਕਰਨੀ ਥੋੜੀ ਜਿਹੀ ਬਣਦੀ ਹੈ। ਉਹਨਾਂ ਨੇ ਜਿਹੜੇ 4-5 ਮੁੱਦੇ ਛੇੜੇ, ਉਹਨਾਂ ਵਿੱਚੋਂ ਉਹ ਜਿਵੇਂ ਵਾਰੀ ਸਿਰ ਕੋਈ ਆਉਂਦਾ ਨਾ ਕਿ ਹਫ਼ਤੇ ਬਾਅਦ ਕਿਸੇ ਦੀ ਵਾਰੀ ਆ ਜਾਣੀ ਕਿ ਸੋਮਵਾਰ ਨੂੰ ਆਹ ਮੁੱਦਾ ਹੁੰਦਾ ਹੈ ਤੇ ਮੰਗਲਵਾਰ ਨੂੰ ਆਹ, ਤੇ ਐਤਵਾਰ ਤੱਕ ਇਹਨਾਂ ਨੂੰ ਪੂਰਾ ਗੇੜਾ ਦੇ ਦੇਣਾ ਹੈ 7-8 ਮੁੱਦਿਆਂ ਨੂੰ। ਇਸ ਤਰ੍ਹਾਂ ਸ਼ੁਰੂ ਕਰਦੇ ਨੇ। ਉਹਨਾਂ ਨੇ ਜਿਹੜੇ ਮੁੱਦੇ ਅਰੰਭੇ ਨੇ ਉਹ ਸਾਰੇ ਜਾਇਜ਼ ਨੇ, ਇਸ ਗੱਲ ਵਿੱਚ ਕੋਈ ਸ਼ੱਕ ਨਹੀਂ, ਪਰ ਉਹਨਾਂ ਨੂੰ ਕਿਤੇ ਕਿਤੇ ਜਵਾਬ ਵੀ ਮਿਲਣੇ ਸ਼ੁਰੂ ਹੋ ਗਏ ਨੇ ਮੁੱਦਿਆਂ ਦੇ ਮਾਮਲੇ। ਜਦੋਂ ਬਿਜਲੀ ਦੀ ਗੱਲ ਕਰਦੇ ਸਨ, ਬਿਜਲੀ ਦੀ ਉਹਨਾਂ ਨੇ ਕਿਹਾ ਕਿ ਦੇਖੋ ਬਿਜਲੀ ਮੰਤਰੀ ਕੁਝ ਨਹੀਂ ਕਰ ਸਕਦਾ, ਪਾਵਰਕਾਮ ਹੈ ਉਹ ਰੈਗੂਲੇਟਰੀ ਅਥਾਰਟੀ ਹੈ ਤੇ ਸਿੱਧੀ ਮੁੱਖ ਮੰਤਰੀ ਦੇ ਅਧੀਨ ਹੈ ਤੇ ਫੈਸਲੇ ਉਹ ਕਰਨ, ਤੇ ਬਿਜਲੀ ਮੰਤਰੀ ਤੇ ਵਿਚਾਰਾ ਹੋਇਆ ਹੀ ਕੁਛ ਨਾ। ਬਿਜਲੀ ਮੰਤਰੀ ਦੀ ਕੌਣ ਸੁਣਦਾ, ਤੇ ਮੈਂ ਬਿਜਲੀ ਮੰਤਰੀ ਬਣ ਕੇ ਕਰਨਾ ਕੀ ਸੀ। ਫਿਰ ਉਸੇ ਹੀ ਨਿਰੰਤਰਤਾ ਦੇ ਤਹਿਤ ਉਹ ਜਿਹੜੀ ਇੱਕ ਗੱਲ ਕਰਦੇ ਨੇ
ਕਿ ਮੈਂ ਅਜਿਹੀ ਕੋਈ ਅਹੁਦੇ ਨੂੰ ਸਵੀਕਾਰ ਨਹੀਂ ਕਰਾਂਗਾ ਜਿੱਥੇ ਦਰਸ਼ਨੀ ਘੋੜਾ ਬਣ ਕੇ ਰਹਾਂ। ਬਿਲਕੁਲ। ਤੇ ਹਾਈ ਕਮਾਂਡ ਨੂੰ ਸਿੱਧਾ ਉਹਨਾਂ ਨੇ ਕਹਿ ਦਿੱਤਾ ਕਿ ਜੇ ਫੈਸਲੇ ਲੈਣ ਦੀ ਤਾਕਤ ਨਹੀਂ ਦੇਣੀ ਤੇ ਫਿਰ ਇੰਟਰਨੈਟ ਖੜਕਾ ਦਿਆਂਗਾ। ਜੀ। ਹੁਣ ਉਹ ਪਤਾ ਨਹੀਂ ਕਿਹਦੀ ਖੜਕਾਉਣੀ, ਇੰਨਾ ਕੁ ਸਸਪੈਂਸ ਉਹ ਰੱਖ ਲੈਂਦੇ ਨੇ। ਸ਼ਾਇਦ ਇਹ ਮੁੰਬਈ ਦੀ ਜੋ ਮਾਇਆ ਨਗਰੀ ਦੇ ਵਿੱਚ ਜਿਹੜਾ ਉਹਨਾਂ ਨੇ ਇੰਨਾ ਲੰਬਾ ਸਮਾਂ ਕੰਮ ਕੀਤਾ ਹੈ, ਜੀ। ਉਹ ਇਸ ਵਿੱਚ ਵੱਡੇ ਵੱਡੇ ਸੀਨ ਉਹਨਾਂ ਨੇ ਜ਼ਰੂਰ ਹੁਣ ਤੱਕ ਕ੍ਰੀਏਟ ਕੀਤੇ ਨੇ। ਜੀ। ਕਲਾਈਮੈਕਸ ਤੇ ਉਹਨਾਂ ਦੀ ਫਿਲਮ ਜਿਹੜੀ ਹੈ ਉਹ ਜਾਂਦੀ ਲੱਗਦੀ ਸੀ ਮਹੀਨਾ ਕੁ ਪਹਿਲਾਂ, ਜਦੋਂ ਕਿ ਲੱਗਦਾ ਸੀ ਕਿ ਹੁਣ ਇਸ ਦਾ ਜਿਹੜਾ ਨੇ ਸਿਖਰ ਜਿਹੜਾ ਸੀ ਉਹ ਪਹੁੰਚ ਗਿਆ ਤੇ ਉਹ ਪ੍ਰਧਾਨ ਬਣ ਗਏ ਨੇ। ਤੇ ਇਸ ਤੋਂ ਬਾਅਦ ਹੁਣ ਫਿਲਮ ਜਿਹੜੀ ਹੈ ਸਮੂਥ ਆਪਣੀ ਕਹਾਣੀ ਤੇ ਚਲਦੀ ਜਾਵੇਗੀ। ਪਰ ਪਰਨਾਲਾ ਉੱਥੇ ਦਾ ਉੱਥੇ ਪਰ ਮੈਨੂੰ ਲੱਗਦਾ ਕਲਾਈਮੈਕਸ ਅਜੇ ਆਇਆ ਨਹੀਂ, ਕਿਉਂਕਿ ਉਹ ਅੰਦਰੋਂ ਅੰਦਰ ਨਾ ਕਾਫੀ ਕੁਝ ਲੁਕੋਈ ਬੈਠੇ ਨੇ, ਸਮੋਈ ਬੈਠੇ ਨੇ। ਜੀ। ਪਰਨਾਲਾ ਵੀ ਉੱਥੇ ਦਾ ਉੱਥੇ ਰਿਹਾ, ਪ੍ਰਧਾਨ ਵੀ ਬਣ ਗਏ ਨੇ। ਤੇ ਜਿਹੜੇ ਕਹਿੰਦੇ ਸੀ ਕਿ ਇੱਕ ਇਕਾਈ ਬਣਾ ਦੇਣੀ ਆ ਜਿਸ ਦੇ ਵਿੱਚ ਕਾਂਗਰਸ ਦੇ ਜਿਹੜੇ ਮੰਤਰੀ ਸਾਹਿਬਾਨ ਨੇ, ਕਾਂਗਰਸ ਦੇ ਐਮਐਲਏ ਨੇ, ਕਾਂਗਰਸ ਦੇ ਅਹੁਦੇਦਾਰ ਨੇ ਪਾਰਟੀ ਦੇ, ਉਹ ਸਾਰੇ ਰਲ ਮਿਲ ਕੇ ਆਉਂਦੇ 6 ਮਹੀਨੇ 'ਚ ਜ਼ੋਰ ਮਾਰਨਗੇ। ਜਦੋਂ ਤੋਂ ਸਿੱਧੂ ਸਾਹਿਬ ਨੇ ਰੌਲਾ ਪਾਉਣਾ ਸ਼ੁਰੂ ਕੀਤਾ ਹੋਇਆ, ਉਦੋਂ ਬੜਾ ਜ਼ੋਰ ਸੀ ਕੋਵਿਡ ਦਾ, ਉਹਨਾਂ ਦਿਨਾਂ ਤੋਂ ਲੱਗੇ ਹੋਏ ਨੇ। ਉਹ ਘਟਦੇ 7 ਮਹੀਨੇ, 6 ਮਹੀਨੇ, 5 ਤੇ ਇੱਕ ਦਿਨ ਚੋਣ ਜਾਬਤਾ ਲੱਗ ਜਾਣਾ ਹੈ। ਤੇ ਸਿੱਧੂ ਸਾਹਿਬ ਕਿਸ ਕਰਵਟ ਬੈਠਣਗੇ ਇਸ ਬਾਰੇ ਕਿਸੇ ਨੂੰ ਪਤਾ ਨਹੀਂ। ਜੀ। ਬਿਜਲੀ ਦੇ ਖਰੀਦ ਸਮਝੌਤਿਆਂ ਬਾਰੇ ਜਦੋਂ ਕਹਿੰਦੇ ਨੇ ਕਿ ਹੁਣ ਤੱਕ ਇਹ ਰੱਦ ਹੋ ਜਾਣੇ ਚਾਹੀਦੇ ਨੇ, ਕਿਉਂ ਨਹੀਂ ਰੱਦ ਹੋ ਸਕਦੇ? ਜੀ। ਖੈਰ ਇਸ ਗੱਲ ਤੇ ਸ਼ਾਇਦ ਉਹਨਾਂ ਨੇ ਮਾਹਿਰਾਨਾ ਰਾਏ ਲਈ ਹੋਵੇ, ਜ਼ਰੂਰ ਲਈ ਹੋਵੇਗੀ। ਸਰਕਾਰ ਦੇ ਕੋਲ ਸਭ ਕੁਝ ਹੁੰਦਾ ਹੈ। ਪਿੱਛੇ ਜੇ ਕੁਝ ਮਾਹਿਰਾਂ ਦੀ ਰਾਏ ਆਈ ਸੀ ਕਿ ਰੱਦ ਕਿਉਂ ਨਹੀਂ ਹੋ ਸਕਦੇ, ਪਰ ਉਸ ਦੇ ਕੁਝ ਰੈਪਰਕਸ਼ਨਸ ਹੋਣਗੀਆਂ, ਉਹ ਭੁਗਤਣੀਆਂ ਪੈਣਗੀਆਂ ਪੰਜਾਬ ਨੂੰ ਵੀ, ਪੰਜਾਬ ਦੇ ਵਿੱਤੀ ਸੰਸਥਾਨਾਂ ਨੂੰ ਵੀ, ਵਿੱਤ ਮੰਤਰਾਲੇ ਨੂੰ ਵੀ। ਜੀ। ਉਹ ਇਸ ਤਰ੍ਹਾਂ ਕਿ ਜੇ ਕਿਸੇ ਨਾਲ ਸਮਝੌਤਾ ਕਰਦੇ ਹੋ, ਜਦੋਂ ਤੋੜਦੀ ਹੈ ਇੱਕ ਧਿਰ ਤੋੜਦੀ ਤਾਂ ਫਿਰ ਜੁਰਮਾਨੇ ਵਜੋਂ ਜਾਂ ਕਿਸੇ ਵਜਾਨੇ ਵਜੋਂ ਕੁਝ ਨਾ ਕੁਝ ਤਾਂ ਦੇਣਾ ਪਏਗਾ ਨਾ। ਉਹ ਅਦਾਲਤਾਂ ਵਿੱਚ ਜਾਣਗੇ, ਜਾਂ ਤੇ ਤੁਸੀਂ ਜੋ ਮੰਗਦੇ ਨੇ ਤੇ ਉਹਨਾਂ ਨੂੰ ਮੁਕਾ ਕੇ ਤੇ ਗੱਲ ਨਿਬੇੜ ਦਿਓ, ਨਹੀਂ ਤਾਂ ਤੁਸੀਂ ਅਦਾਲਤੀ ਚੱਕਰਾਂ 'ਚ ਪਏ ਰਹੋ। ਥਰਮਲ ਪਲਾਂਟਾਂ ਤੋਂ ਉਹਨਾਂ ਸਮਾਂ ਬਿਜਲੀ ਨਿਕਲੇਗੀ ਕਿ ਨਹੀਂ ਨਿਕਲੇਗੀ, ਇਸ ਗੱਲ ਦਾ ਪਤਾ ਨਹੀਂ। ਪਰ ਅਸਲ ਜਿਹੜੀ ਗੱਲ ਇਹ ਹੈ ਕਿ ਬਿਜਲੀ ਦਾ ਮੁੱਦਾ ਸ਼ਾਇਦ ਨਾ ਹੀ ਉੱਠਦਾ। ਦੋ ਕਾਰਨਾਂ ਕਰਕੇ ਉੱਠਿਆ। ਇੱਕ ਤੇ ਇਹ ਕਿ ਬਿਜਲੀ ਖਰੀਦ ਸਮਝੌਤਿਆਂ ਨੇ ਪੰਜਾਬ ਸਰਕਾਰ ਦਾ ਧੂੰਆਂ ਕੱਢਿਆ ਪਿਆ। ਇੰਨੀ ਮਹਿੰਗੀ ਬਿਜਲੀ ਖਰੀਦ ਕੇ ਜਿਹੜੇ ਗਾਹਕਾਂ ਨੂੰ ਦੇਣੀ, ਉਹ ਪੰਜਾਬ ਸਰਕਾਰ ਦੇ ਵੱਸ ਦੀ ਗੱਲ ਜਾਪਦੀ ਨਹੀਂ। ਹਰ ਵੇਲੇ ਜਿਵੇਂ ਕੰਮ ਚਲਾਊ ਤਰੀਕੇ ਨਾਲ ਜਿਹੜਾ ਕੰਮ ਚਲਾਇਆ ਜਾਂਦਾ ਹੈ। ਪੁਰਾਣੇ ਸਮਿਆਂ ਦੇ ਵਿੱਚ ਬਜ਼ੁਰਗ ਬੀਬੀਆਂ ਘਰਾਂ ਦੀਆਂ ਸਵਾਣੀਆਂ ਸਿਆਲ ਦੇ ਮੀਂਹ ਤੋਂ ਪਹਿਲਾਂ ਕੋਈ ਛੋਟਾ ਛੋਟਾ ਬਾਲਣ ਥੋੜਾ ਥੋੜਾ ਕਰਕੇ ਜੋੜ ਕੇ ਰੱਖਦੀਆਂ ਸੀ। ਉਹਨਾਂ ਨੂੰ ਪਤਾ ਹੁੰਦਾ ਸੀ ਕਿ ਲੋੜ ਪੈਣੀ ਹੈ। ਤੇ ਪੰਜਾਬ ਸਰਕਾਰ ਦੇਖੋ ਜੀ, ਮੌਨਸੂਨ ਆ ਜਾਣੀ ਹੈ 10 ਤਰੀਕ ਨੂੰ, ਉਦੋਂ ਤੱਕ ਖਰੀਦ ਲਓ ਤੇ 11 ਤਰੀਕ ਨੂੰ ਤੇ ਕੰਮ ਸਾਡਾ ਸੌਖਾ ਹੋ ਜਾਣਾ। ਖੈਰ ਮੌਨਸੂਨ ਮਾੜੀ ਵੀ ਰਹੀ ਹੈ, ਚੰਗੀ ਵੀ ਰਹੀ ਹੈ, ਜ਼ਿਆਦਾ ਵੀ ਹੋਈ ਹੈ, ਠੀਕ ਠਾਕ ਜੀ ਮੌਨਸੂਨ ਹੋ ਗਈ ਹੈ। ਅਜੇ ਵੀ ਕਿਤੇ ਕਿਤੇ ਦੌਰ ਜਾਰੀ ਨੇ। ਬਿਜਲੀ ਸਬਸਿਡੀ ਦੇ ਨਾਂ ਤੇ ਪੰਜਾਬ ਸਰਕਾਰ ਜੋ ਵਾਅਦੇ ਕਰ ਚੁੱਕੀ ਹੈ ਕਿਸਾਨਾਂ ਨਾਲ, ਗਾਹਕਾਂ ਨਾਲ, ਦਲਿਤ ਭਾਈਚਾਰੇ ਨਾਲ, ਉਹਨਾਂ ਨੂੰ ਪਕਾਉਣਾ ਇਹਨਾਂ ਨੂੰ ਮੁਸ਼ਕਲ ਹੋਇਆ ਪਿਆ। ਇਹਨਾਂ ਸਮਝੌਤਿਆਂ ਨੂੰ ਲੈ ਕੇ ਇੱਕ ਤਾਂ ਇਹ ਕਾਰਨ ਹੈ ਉਠਾਉਣ ਦਾ। ਦੂਸਰਾ ਇਹ ਕਿ ਜਦੋਂ ਜ਼ਿਆਦਾ ਗਰਮੀ ਦੇ ਵਿੱਚ ਮੰਗ ਵਧੀ ਬਿਜਲੀ ਦੀ, ਹਾਲਾਂਕਿ ਸਾਡੇ ਕਿੰਨੇ ਦਫ਼ਤਰ, ਕਿੰਨੇ ਸਕੂਲ, ਕਿੰਨੇ ਹੋਰ ਆਫਿਸ ਜਿਹੜੇ ਸੀ, ਸਰਕਾਰੀ ਬੈਂਕ, ਸਭ ਕੁਝ ਤੇ ਬੰਦ ਪਿਆ ਸੀ। ਤੇ ਬਿਜਲੀ ਦੀ ਖਪਤ ਤੇ ਵੈਸੇ ਘਟਣੀ ਚਾਹੀਦੀ ਸੀ, ਪਰ ਜਿੰਨੀ ਕੁ ਖਪਤ ਸੀ ਉਨੀ ਵੀ ਥਰਮਲ ਪਲਾਂਟ ਪੂਰੀ ਨਹੀਂ ਕਰ ਸਕੇ। ਕਈ ਥਰਮਲ ਪਲਾਂਟ ਉਂਝ ਹੀ ਬੰਦ ਪਏ ਰਹੇ, ਉਹ ਬਿਜਲੀ ਦੇ ਨਹੀਂ ਸਕੇ। ਤੇ ਫਿਰ ਕੀ ਉਹਨਾਂ ਦੇ ਸਮਝੌਤੇ ਵੀ ਰੱਦ ਨਹੀਂ ਹੋ ਸਕਦੇ? ਉਹਨਾਂ ਨੂੰ ਜ਼ਾਹਿਰਾ ਤੌਰ ਤੇ ਰੱਦ ਕੀਤਾ ਜਾ ਸਕਦਾ, ਸ਼ਰਤਾਂ ਦੇ ਵਿੱਚ ਦਵੱਲੇ ਦਾ ਖਿਆਲ ਰੱਖਿਆ ਜਾਂਦਾ ਹੈ। ਤੇ ਜੇ ਨਹੀਂ ਰੱਖਿਆ ਜਾਂਦਾ, ਤੁਸੀਂ ਭਾਈ ਉਹ ਜਿਹੜੇ ਸਮਝੌਤੇ ਨੇ ਉਹ ਲੋਕਾਂ ਦੇ ਮੂਹਰੇ ਰੱਖੋ। ਉਹ ਕਿਵੇਂ ਰੱਖਣੇ ਨੇ, ਕਿੱਥੇ ਰੱਖਣੇ ਨੇ? ਵਿਧਾਨ ਸਭਾ ਦੇ ਵਿੱਚ, ਸਦਨ ਦੇ ਵਿੱਚ, ਜਿੱਥੇ ਜਿਨ੍ਹਾਂ ਨੇ ਸਮਝੌਤੇ ਕੀਤੇ ਹੋਏ ਨੇ ਉਹਨਾਂ ਨੂੰ ਦਿਖਾਓ, ਭਾਈ ਤੁਸੀਂ ਆਹ ਕੀ ਕੀਤਾ ਹੈ, ਪੰਜਾਬ ਦੇ ਹੱਥ ਵੱਢ ਕੇ ਦਿੱਤੇ ਹੋਏ ਨੇ, ਤੁਸੀਂ ਸਮਝੌਤੇ ਕਰਨ ਵੇਲੇ ਸੋਚਿਆ ਕਿਉਂ ਨਾ, ਆਹ ਗੱਲਾਂ ਦਾ ਖਿਆਲ ਕਿਉਂ ਨਾ ਰੱਖਿਆ? ਉੱਥੇ ਉਹਨਾਂ ਤੋਂ ਜਵਾਬ ਲਾਓ, ਜਵਾਬਦੇਹੀ ਬਣਾਓ। ਸਿੱਧੂ ਕਹਿੰਦੇ ਨੇ ਕਿ ਹਫ਼ਤਾ ਇੱਕ ਬਹਿਸ ਹੋਵੇ ਫਿਰ ਗੱਲ ਬਣਦੀ ਹੈ। ਤੇ ਕੈਪਟਨ ਅਮਰਿੰਦਰ ਸਿੰਘ ਕਹਿੰਦੇ ਨੇ ਇੱਕ ਦਿਨ ਦਾ ਸੈਸ਼ਨ। ਜੇ ਸਾਡੀ ਆਪਸੀ ਸਹਿਮਤੀ ਪਾਰਟੀ ਦੇ ਇੱਕੋ ਪਾਰਟੀ ਦੇ ਦੋ ਮੈਂਬਰਾਂ ਦੀ ਸਹਿਮਤੀ ਇਸ ਮੁੱਦੇ ਤੇ ਨਹੀਂ ਬਣ ਰਹੀ ਕਿ ਰੱਖਣੇ ਨੇ ਸਮਝੌਤੇ ਕਿ ਰੱਦ ਕਰਨੇ ਨੇ, ਤੇ ਵਿਰੋਧੀ ਧਿਰ ਨੂੰ ਤਾਂ ਫਿਰ ਬੋਲਣ ਦੀ ਲੋੜ ਹੀ ਨਹੀਂ। ਇਹ ਤਾਂ ਆਪ ਹੀ ਵਿਰੋਧੀ ਬਣੇ ਫਿਰਦੇ ਨੇ। ਕੈਪਟਨ ਕਹਿੰਦੇ ਨੇ ਕਿ ਸਾਰੇ ਸਮਝੌਤੇ ਰੱਦ ਨਹੀਂ ਹੋ ਸਕਦੇ। ਭਾਈ ਜਿਹੜੇ ਥੋੜੇ ਹੋ ਸਕਦੇ ਨੇ ਉਹਨਾਂ ਬਾਰੇ ਤਾਂ ਦੱਸੋ, ਉਹਨਾਂ ਨੂੰ ਦੱਸੋ। ਪਰ ਕੈਪਟਨ ਅਮਰਿੰਦਰ ਸਿੰਘ ਨਾਲ ਕੁਝ ਹੋਰ ਗੱਲਾਂ ਕਰਦੇ ਨੇ। ਨਸ਼ਿਆਂ ਤੇ ਉਹਨਾਂ ਨੇ ਗੱਲ ਛੇੜੀ ਹੈ। ਹੁਣ ਜਦੋਂ ਅਕਾਲੀਆਂ ਨੂੰ ਘੇਰਦੇ ਨੇ, ਬਿਕਰਮਜੀਤ ਮਜੀਠੀਆ ਨੂੰ,
ਨਵਜੋਤ ਸਿੱਧੂ ਤੇ ਇਹੋ ਕਹਿੰਦੇ ਨੇ ਕਿ ਨਸ਼ਿਆਂ ਦੇ ਵਪਾਰ 'ਚੋਂ ਸ਼ਾਮਲ ਨੇ। ਜੀ ਜੀ। ਪਰ ਇਸ ਬਾਰੇ ਤੇ ਕੇਸ ਚੱਲ ਰਹੇ ਨੇ। ਸਿੱਧੂ ਆਪਣੇ ਤੌਰ ਤੇ ਬਿਆਨਬਾਜ਼ੀ ਤਾਂ ਕਰ ਸਕਦੇ ਨੇ, ਨਹੀਂ ਤੇ ਜਿਵੇਂ ਅਰਵਿੰਦ ਕੇਜਰੀਵਾਲ ਨੂੰ ਮਾਫੀ ਮੰਗਣੀ ਪਈ ਸੀ ਤੇ ਟ੍ਰਿਬਿਊਨ ਸਮੂਹ ਨੂੰ ਮਾਫੀ ਮੰਗਣੀ ਪਈ ਸੀ ਮਜੀਠੀਆ ਤੋਂ, ਇਸ ਤਰ੍ਹਾਂ ਇਹਨੂੰ ਵੀ ਪੈ ਸਕਦੀ ਹੈ। ਹੁਣ ਅਦਾਲਤੀ ਕਾਰਵਾਈ ਜਿਹੜੀ ਹੈ ਉਹ ਜਿਹੜੀ ਚੱਕੀ ਆ ਹੌਲੀ ਚੱਲ ਰਹੀ ਹੈ। ਅਦਾਲਤੀ ਕਾਰਵਾਈ ਤੋਂ ਨਾਰਾਜ਼ ਨੇ ਸਿੱਧੂ। ਇਹ ਮੁੱਦਾ ਉਹਨਾਂ ਨੇ ਹੁਣ ਦੁਬਾਰਾ ਉਠਾਇਆ। ਉਹਨਾਂ ਨੇ ਕਿਹਾ ਕਿ 5 ਸਾਲ ਹੋ ਗਏ ਨੇ, ਉਹ ਇੱਕ ਵਿਸ਼ੇਸ਼ ਕਮੇਟੀ ਦੀ ਰਿਪੋਰਟ ਕਿਉਂ ਨਹੀਂ ਅਜੇ ਤੱਕ ਅਦਾਲਤ ਦੇ ਵਿੱਚ ਪਹੁੰਚੀ। ਤੇ ਕੈਪਟਨ ਅਮਰਿੰਦਰ ਸਿੰਘ ਕਹਿੰਦੇ ਦੇਖੋ ਨਸ਼ਿਆਂ ਦੇ ਖਿਲਾਫ ਅਸੀਂ ਪਹਿਲੇ ਦਿਨ ਤੋਂ ਲੱਗੇ ਹੋਏ ਹਾਂ, ਭਾਵੇਂ ਕਿ ਚੇਤਾ ਨਾ ਸਹੁੰ ਖਾਦੀ ਸੀ ਗੁਟਕਾ ਸਾਹਿਬ ਫੜ ਕੇ ਕਿ ਲੱਕ ਤੋੜ ਕੇ ਰੱਖ ਦੇਵਾਂਗੇ। ਉਹਨਾਂ ਨੇ ਪਿੱਛੇ ਜਿਹੇ ਸਪਸ਼ਟੀਕਰਨ ਵੀ ਦਿੱਤਾ, ਮੈਂ ਇਹ ਨਹੀਂ ਕਿ ਅਸੀਂ ਖਤਮ ਕਰ ਦੂੰਗਾ, ਲੱਕ ਤੋੜ ਕੇ ਰੱਖ ਦੇਵਾਂਗੇ। ਦੇਖੋ ਜੀ ਡਰੋਨਾਂ ਦੇ ਜ਼ਰੀਏ ਨਸ਼ੇ ਆ ਰਹੇ ਨੇ, ਕੱਲ ਇੰਨੇ ਕਰੋੜ ਦੀ ਹੈਰੋਇਨ ਫੜੀ ਹੈ, ਪਰਸੋਂ ਫੜੀ ਹੈ। ਉਹਨਾਂ ਨੇ ਦੱਸਿਆ ਕਿ 46,000 ਵਿਅਕਤੀ ਅਸੀਂ ਗ੍ਰਿਫਤਾਰ ਕੀਤਾ ਹੋਇਆ ਹੈ ਤੇ ਇਹਨਾਂ ਦੇ ਵਿੱਚ ਤਕਰੀਬਨ ਅਸੀਂ ਬਹੁਤ ਸਾਰੇ ਵਿਅਕਤੀਆਂ ਨੂੰ ਅਦਾਲਤਾਂ ਵਿੱਚ ਪੇਸ਼ ਕਰ ਰਹੇ ਹਾਂ। ਤੇ ਇਹ ਜਵਾਬ ਉਹਨਾਂ ਨੇ ਦਿੱਤਾ ਹੈ ਕਿ ਦੇਖੋ ਕੰਮ ਚੱਲ ਰਿਹਾ ਨਸ਼ਿਆਂ ਦੇ ਖਿਲਾਫ, ਤੁਸੀਂ ਜਿੱਧਰ ਨੂੰ ਤੁਸੀਂ ਉਂਗਲੀ ਕਰਦੇ ਹੋ ਉਧਰ ਦਾ ਇਹਦੇ ਕੈਪਟਨ ਨੇ ਕੋਈ ਜਵਾਬ ਨਹੀਂ ਦਿੱਤਾ। ਤੇ ਨਸ਼ਿਆਂ ਨੂੰ ਲੈ ਕੇ ਸਾਡੀ ਸਰਕਾਰ ਕਿਉਂ ਨਹੀਂ ਸੀਰੀਅਸ? ਨਸ਼ੇ ਤਾਂ ਇੱਕ ਪੀੜ੍ਹੀ ਖਤਮ ਕਰ ਦਿੰਦੇ ਨੇ। ਨਸ਼ਿਆਂ ਬਾਰੇ ਜਦੋਂ ਪ੍ਰਕਾਸ਼ ਸਿੰਘ ਬਾਦਲ ਨੇ ਵੀ ਉਹਨਾਂ ਦੇ ਸਮੇਂ ਤੇ ਵੀ ਸਵਲੀਨ ਜਦੋਂ ਗੱਲ ਹੁੰਦੀ ਸੀ ਤੇ ਉਦੋਂ ਵੀ ਇਹ ਅਕਾਲੀ ਵੀ ਇਹ ਕਹਿੰਦੇ ਨੇ ਦੇਖੋ ਬਾਰਡਰ ਸਟੇਟ ਹੈ, ਸਾਡਾ ਬਾਰਡਰ ਸੀਲ ਨਹੀਂ ਹੋ ਸਕਦਾ ਤੇ ਇਧਰੋਂ ਆਉਂਦੇ ਨੇ ਤੇ ਅਸੀਂ ਉਹਨਾਂ ਨੂੰ ਰੋਕਣ ਤੋਂ ਅਸਮਰੱਥ ਹਾਂ। ਭਾਈ ਜਿਹੜੇ ਸਥਾਨਕ ਪੱਧਰ ਤੇ ਵਿਕ ਰਹੇ ਨੇ ਕੈਮੀਕਲ ਨਸ਼ੇ ਨੇ, ਤੁਸੀਂ ਉਹਨੂੰ ਤੇ ਰੋਕੋ। ਇਹ ਗੋਂਗਲੋਆਂ ਤੋਂ ਹੀ ਕਮੇਟੀ ਝਾੜਦੇ ਨੇ ਹਰ ਵਾਰੀ। ਸ਼ਰਾਬ ਮਾਫੀਏ ਦੀ ਜੇ ਗੱਲ ਕਰੀਏ, ਸ਼ਰਾਬ ਤਾਂ ਨਹੀਂ ਬਾਰਡਰ ਪਾਰ ਤੋਂ ਆਉਂਦੀ, ਉਹ ਤਾਂ ਇੱਥੇ ਬਣਦੀ ਹੈ। ਸ਼ਰਾਬ ਜਿਹੜੀ ਹੈ ਫੈਕਟਰੀਆਂ ਵਿੱਚੋਂ ਨਿਕਲ ਕੇ ਨਜਾਇਜ਼ ਤਰੀਕਿਆਂ ਨਾਲ ਬਿਨਾਂ ਟੈਕਸ ਦਿੱਤੇ ਹੋਏ ਸਰਕਾਰ ਦੇ ਲੋਕਾਂ ਦੇ ਮੂੰਹ ਤੱਕ ਕਿਵੇਂ ਪਹੁੰਚਦੀ ਹੈ? ਜੀ ਉਹ ਤਾਂ ਕੋਵਿਡ 'ਚ ਵੀ ਠੇਕੇ ਖੋਲੇ ਹੋਏ ਸੀ, ਸਾਰਾ ਕੁਝ ਬੰਦ ਸੀ। ਠੀਕ ਹੈ ਨਾ ਜੀ। ਬਹੁਤ ਵੱਡੇ ਪੱਧਰ ਤੇ ਸ਼ਰਾਬ ਦਾ ਜਿਹੜਾ ਐਕਸਾਈਜ਼ ਐਂਡ ਟੈਕਸੇਸ਼ਨ ਦਾ ਪੈਸਾ ਹੈ ਉਹ ਵੇਸਟ ਹੁੰਦਾ ਹੈ। ਟਰੱਕਾਂ ਦੇ ਟਰੱਕ ਜਿਹੜੇ ਨੇ, ਕਈ ਲੋਕਾਂ ਦੇ ਇਲਜ਼ਾਮ ਲੱਗਦੇ ਨੇ ਕਿ ਉਹ ਵਿਕਦੇ ਨੇ ਪਿੰਡਾਂ ਵਿੱਚ ਆ ਕੇ ਤੇ ਸ਼ਹਿਰਾਂ ਵਿੱਚ ਵਿਕਦੇ ਨੇ, ਆਮ ਵਿਕਦੇ ਨੇ, ਠੇਕਿਆਂ ਵਾਲੇ ਆਪ ਵਿਕਾਉਂਦੇ ਨੇ, ਸਭ ਕੁਝ ਹੁੰਦਾ ਹੈ। ਇਹ ਸਾਰੀਆਂ ਗੱਲਾਂ ਨੇ। ਪਰ ਕੈਪਟਨ ਅਮਰਿੰਦਰ ਸਿੰਘ ਬਿਜਲੀ ਦੇ ਮੁੱਦੇ ਤੇ ਜਿਹੜਾ ਉੱਥੇ ਵੀ ਕੋਈ ਸੋਲਿਡ ਜਵਾਬ ਨਹੀਂ ਦਿੰਦੇ। ਇੱਕ ਗੱਲ ਉਹਨਾਂ ਦੀ ਜਾਇਜ਼ ਜ਼ਰੂਰ ਹੈ। ਸਿੱਧੂ ਕਹਿੰਦੇ ਨੇ ਕਿ ਸਾਨੂੰ ਕੇਂਦਰੀ ਗ੍ਰਿਡ ਤੋਂ ਜਿਹੜੀ ਇਹ ਬਿਜਲੀ ਉਹ ਸਸਤੀ ਮਿਲਦੀ ਹੈ, ₹2.58 ਪਰ ਯੂਨਿਟ ਮਿਲਦੀ ਹੈ ਤੇ ਅਸੀਂ ਉੱਥੋਂ ਕਿਉਂ ਨਾ ਲਈਏ। ਕੈਪਟਨ ਅਮਰਿੰਦਰ ਸਿੰਘ ਕਹਿੰਦੇ ਨੇ ਕਿ ਸਾਨੂੰ 14,000 ਮੈਗਾਵਾਟ ਦੀ ਲੋੜ ਹੈ ਤੇ ਸਾਨੂੰ ਕੇਂਦਰੀ ਤੋਂ ਸਿਰਫ 7,000 ਮੈਗਾਵਾਟ ਮਿਲ ਸਕਦੀ ਹੈ, ਬਾਕੀ ਅਸੀਂ ਕਿੱਥੋਂ ਲਵਾਂਗੇ, ਕਿੱਥੋਂ ਪੂਰੀ ਕਰਨੀ ਹੈ। ਸੋ ਛਛੋ ਪੰਜ ਵਿੱਚ ਪਏ ਹੋਏ ਨੇ। 5 ਸਾਲਾਂ ਵਿੱਚ ਚਾਹੇ ਸਿੱਧੂ ਸਾਹਿਬ ਨੇ ਤੇ ਚਾਹੇ ਬਰਾੜ ਸਾਹਿਬ ਨੇ, ਕੈਪਟਨ ਅਮਰਿੰਦਰ ਸਿੰਘ, ਇਹਨਾਂ ਦੋਨਾਂ ਧਿਰਾਂ ਨੇ ਮੈਂ ਕਹਿੰਦਾ ਕਿ ਸੁੱਤੇ ਰਹੇ ਨੇ। ਇਹ ਸਮਝੌਤੇ ਅੱਜ ਜਦੋਂ ਸਾਰਾ ਕੁਝ ਖਤਮ ਹੁੰਦਾ ਜਾਪ ਰਿਹਾ ਤੇ ਸਮਝੌਤਿਆਂ ਨੂੰ ਅੱਜ ਤੋੜਨ ਦੀ ਜੋੜਨ ਦੀ ਗੱਲ ਕੀਤੀ ਜਾ ਰਹੀ ਹੈ। ਇਹ ਕੋਈ ਚੰਗੀ ਗੱਲ ਨਹੀਂ, ਲੋਕਾਂ ਨੂੰ ਸਗੋਂ ਭੰਬਲ ਭੂਸੇ ਵਿੱਚ ਪਾਉਣ ਵਾਲੀ ਗੱਲ ਹੈ। ਜਿਹੜੇ ਸਥਿਤੀ ਬਾਰੇ ਤੁਸੀਂ ਆਪ ਹੀ ਕਲੀਅਰ ਨਹੀਂ, ਤੁਸੀਂ ਲੋਕਾਂ ਨੂੰ ਕੀ ਦੱਸੋਗੇ, ਲੋਕਾਂ ਨੂੰ ਕੀ ਆਖੋਗੇ ਵੀ ਠੀਕ ਆ ਸਾਡੀ ਬਾਰਡਰ ਸਟੇਟ ਆ, ਪਾਕਿਸਤਾਨ ਨਾਲ ਸਰਹੱਦ ਲੱਗਦੀ ਹੈ, ਸ਼੍ਰੀਨਗਰ ਨਾਲ ਲੱਗਦੀ ਹੈ, ਉਧਰੋਂ ਦੀ ਆਉਂਦੇ ਆ, ਇਧਰੋਂ ਦੀ ਆਉਂਦੇ ਆ, ਕਿੱਥੇ ਦਾ ਤੁਸੀਂ ਬਹਾਨੇ ਬਣਾਓਗੇ? ਨਸ਼ਿਆਂ ਦੀ ਤੇ ਸਾਰਾ ਤੁਸੀਂ ਸਿਸਟਮ ਆਪ ਕ੍ਰੀਏਟ ਕਰਨਾ ਸੀ ਨਾ। ਉਹਨੂੰ ਬਣਾਉਣ ਲਈ ਕੋਈ ਟਾਸਕ ਫੋਰਸ ਬਣਾਉਂਦੇ, ਕੁਝ ਹੋਰ ਬਣਦਾ, ਅਦਾਲਤੀ ਕਾਰਵਾਈਆਂ ਤੇਜ਼ ਹੁੰਦੀਆਂ, ਲੈਬਸ ਬਣਦੀਆਂ, ਫੋਰੈਂਸਿਕ ਡਿਪਾਰਟਮੈਂਟ ਤੇਜ਼ ਹੁੰਦਾ। ਸਾਰੀਆਂ ਗੱਲਾਂ ਤੇ ਉਦੋਂ ਹੋਣੀਆਂ ਚਾਹੀਦੀਆਂ ਸੀ, ਉਹ ਹੋਇਆ ਕੁਝ ਨਾ। ਤੇ ਹੁਣ ਆਪਸ ਵਿੱਚ ਸਿਰਫ ਇੱਕ ਬਿਆਨਬਾਜ਼ੀ ਤੇ ਲੱਗੇ ਹੋਏ ਨੇ। ਜੀ, ਪੰਜਾਬ ਦੀ ਸਿਆਸਤ ਦੀ ਗੱਲਬਾਤ ਇਸੇ ਤਰ੍ਹਾਂ ਜਾਰੀ ਰੱਖਾਂਗੇ, ਪਰ ਇਸ ਵੇਲੇ ਵੇਲਾ ਹੋ ਗਿਆ ਇੱਕ ਛੋਟੇ ਜਿਹੇ ਵਕਫੇ ਦਾ। ਜਲਦ ਹਾਜ਼ਰ ਹੁੰਦੇ ਹਾਂ। ਬ੍ਰੇਕ ਤੋਂ ਬਾਅਦ ਪੰਜਾਬੀ ਨੈਸ਼ਨਲ ਟੀਵੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ। ਗੱਲ ਕਰ ਰਹੇ ਹਾਂ ਪੰਜਾਬ ਦੀ ਸਿਆਸਤ ਦੀ। ਕੁਲਦੀਪ ਜੀ, ਤੁਸੀਂ ਗੱਲ ਕਰ ਰਹੇ ਕਿ ਸਿੱਧੂ ਹਰ ਹਫਤੇ ਕੋਈ ਨਾ ਕੋਈ ਮੁੱਦਾ ਚੁੱਕ ਦਿੰਦੇ ਨੇ, ਕੈਪਟਨ ਤੇ ਕੋਈ ਅਸਰ ਹੈਗਾ ਉਹਨਾਂ ਮੁੱਦਿਆਂ ਦਾ? ਮਾੜੇ ਮੋਟੇ ਗੰਭੀਰ ਜਾਪਦੇ ਨੇ? ਜਿੰਨੇ ਕੋ ਮੈਂ ਤੁਹਾਨੂੰ ਦੱਸਿਆ ਕਿ ਬਿਜਲੀ ਦੇ ਤੇ ਨਸ਼ਿਆਂ ਦੇ ਮਾਮਲੇ ਤੇ ਜੀ ਉਹਨੇ ਜਿਸ ਤਰ੍ਹਾਂ ਦੇ ਜਵਾਬ ਦਿੱਤੇ ਨੇ ਨਾ, ਗੋਲ ਮੋਲ ਜਿਹੇ, ਜਿਵੇਂ ਇਹ ਕਹਿ ਲਓ ਕਿ ਕਿਤੇ ਬੈਠੇ ਨੇ ਕੈਪਟਨ ਸਾਹਿਬ, ਪ੍ਰੈਸ ਕਾਨਫਰੰਸ ਹੈ ਜਾਂ ਕੋਈ ਪੱਤਰਕਾਰ ਬੈਠੇ ਹੋਏ ਨੇ ਤੇ ਉਹਨਾਂ ਨੂੰ ਕਿਸੇ ਨੇ ਕਿਹਾ ਕਿ ਨਵਜੋਤ ਸਿੱਧੂ ਨੇ ਆ ਗੱਲ ਪੁੱਛੀ ਹੈ, ਉਹ ਠੀਕ ਹੈ ਉਹਨਾਂ ਨੇ ਪੁੱਛੀ ਹੈ, ਦੇਖੋ ਅਸੀਂ ਕੀਤਾ ਹੈ, ਆਹ ਕੀਤਾ ਹੈ, ਉਹ ਕੀਤਾ, ਇਸ ਤੋਂ ਜ਼ਿਆਦਾ ਕੁਝ ਨਹੀਂ। ਇੱਕ ਕੰਨ ਵਿੱਚ ਉਹਦੀ ਸੁਣ ਕੇ ਦੂਸਰੇ ਵਿੱਚੋਂ ਦੀ ਬਾਹਰ। ਅਸਲ ਵਿੱਚ ਗੱਲ ਇਹ ਹੈ ਕਿ ਕੈਪਟਨ ਅਮਰਿੰਦਰ ਸਿੰਘ ਪਿਛਲੇ 30 ਸਾਲਾਂ ਦੇ, ਜੇ ਪੰਜਾਬ ਕਾਂਗਰਸ ਦਾ ਅਸੀਂ ਜਾਂ 25 ਦਾ ਰਿਕਾਰਡ ਦੇਖਣਾ ਹੋਵੇ, ਪੰਜਾਬ ਕਾਂਗਰਸ ਦਾ ਇੱਕੋ ਇੱਕ ਵੱਡਾ ਚਿਹਰਾ ਜਿਹੜਾ ਰਹੇ ਨੇ ਉਹ ਕੈਪਟਨ ਅਮਰਿੰਦਰ ਸਿੰਘ ਰਹੇ ਨੇ। ਇਸ ਸਮੇਂ ਦੇ ਵਿੱਚ ਉਹਨਾਂ ਦੇ ਪ੍ਰਸ਼ੰਸਕਾਂ ਦੀ, ਸਮਰਥਕਾਂ ਦੀ, ਉਹਨਾਂ ਦੇ ਨਾਲ ਜੁੜੇ ਹੋਏ ਲੋਕਾਂ ਦੀ ਗਿਣਤੀ ਹੈ ਤੇ ਜਾਂ ਕਿਸਮ ਹੈ, ਉਹ ਜਿਹੜੀ ਹੈ ਨਵਜੋਤ ਸਿੰਘ ਸਿੱਧੂ ਦੇ ਅਜੇ ਕੋਲ ਨਹੀਂ। ਭਾਵੇਂ ਨਵਜੋਤ ਸਿੰਘ ਸਿੱਧੂ ਨੇ ਬਹੁਤ ਦਹਾੜਾਂ ਮਾਰੀਆਂ ਸੀ ਤਾਜਪੋਸ਼ੀ ਤੋਂ ਬਾਅਦ ਜਾਂ ਤਾਜਪੋਸ਼ੀ ਵੇਲੇ, ਪਰ ਉਸ ਤੋਂ ਬਾਅਦ ਥੋੜ੍ਹੀਆਂ ਜ਼ਿਆਦਾ ਸੀ ਭਾਈ, ਫੇਰ ਵੀ ਕੁਝ ਲੋਕ ਜਿਹੜੇ ਸੀ ਉਹ ਮੰਨਣ ਨੂੰ ਇਨਕਾਰੀ ਸਨ। ਉਹ ਸਮਝਦੇ ਨਹੀਂ ਇਸ ਗੱਲ ਨੂੰ
ਕਿ ਸਿੱਧੂ ਵੀ ਕੋਈ ਚੀਜ਼ ਹੋ ਸਕਦੇ ਨੇ। ਉਹ ਕਹਿੰਦੇ ਨੇ ਕਿ ਕੈਪਟਨ ਹਨ ਤੇ ਕੇਂਦਰੀ ਹਾਈ ਕਮਾਨ ਤੇ ਹਰੀਸ਼ ਰਾਵਤ ਤੇ ਹੋਰ ਵੀ ਸਾਰੇ ਕਿਤੇ ਨਾ ਕਿਤੇ ਇਸ ਗੱਲ ਨੂੰ ਮਹਿਸੂਸ ਕਰਦੇ ਨੇ ਕਿ ਜੋ ਕਦ ਕੈਪਟਨ ਅਮਰਿੰਦਰ ਸਿੰਘ ਦਾ ਕਾਂਗਰਸ ਦੇ ਵਿੱਚ ਹੈ, ਉਹ ਸਾਰੇ ਬਾਕੀ ਦੇ ਮੁੱਦੇ ਉਸ ਦੇ ਭਾਅ ਰੇਟ ਦਬ ਜਾਂਦੇ ਨੇ। ਉਹ ਇੰਨੀ ਮਹਾਨਤਾ ਨਹੀਂ ਰੱਖਦੇ ਜਿੰਨਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਕਾਂਗਰਸ ਨੂੰ ਸੁਰਜੀਤ ਰੱਖਣ ਦੇ ਵਿੱਚ, ਜੀਵਿਤ ਰੱਖਣ ਦੇ ਵਿੱਚ ਜਿਹੜਾ ਉਹਨਾਂ ਦਾ ਯੋਗਦਾਨ ਉਸ ਦੇ ਥੱਲੇ, ਭਾਰ ਦੇ ਥੱਲੇ ਆ ਜਾਂਦੇ ਨੇ। ਹੁਣ ਕੈਪਟਨ ਅਮਰਿੰਦਰ ਸਿੰਘ ਨਵਜੋਤ ਸਿੰਘ ਸਿੱਧੂ ਨੂੰ ਬਹੁਤ ਸੀਰੀਅਸਲੀ ਨਹੀਂ ਲੈਂਦੇ ਸੀ, ਜੀ ਥੋੜਾ ਲੈਣ ਲੱਗੇ ਨੇ। ਇਹ ਉਹਨਾਂ ਦੀ ਮਜਬੂਰੀ ਬਣੀ ਹੈ। ਹਰ ਵੇਲੇ ਹਾਲਾਤ ਇੱਕੋ ਜਿਹੇ ਰਹਿੰਦੇ ਨਹੀਂ, ਇਹਨਾਂ ਹਾਲਾਤਾਂ ਨੂੰ ਬਦਲਦੇ ਹੋਏ ਥੋੜਾ ਜਵਾਬ ਦੇਣ ਲੱਗੇ ਨੇ। ਪਰ ਕੁਝ ਗੱਲਾਂ ਜਿਹੜੀਆਂ ਉਹਨਾਂ ਨੇ ਸ਼ਕਤੀ ਪ੍ਰਦਰਸ਼ਨ ਕੀਤੀਆਂ, ਉਸ ਦੇ ਬਾਰੇ ਇੱਕ ਗੱਲ ਨਿਕਲ ਕੇ ਸਾਹਮਣੇ ਆਉਂਦੀ ਹੈ ਕਿਤੇ ਨਾ ਕਿਤੇ ਕਿ ਰਾਣਾ ਗੁਰਮੀਤ ਸਿੰਘ ਸੋਢੀ ਦੇ ਗ੍ਰਹਿ ਵਿਖੇ ਜਿਹੜੇ ਰਾਤ ਨੂੰ ਇਕੱਤਰ ਹੋਏ ਵਿਧਾਇਕਾਂ ਦੀ ਸੂਚੀ ਤੇ ਸਾਂਸਦਾਂ ਦੀ ਸੂਚੀ ਜਾਂ ਇੱਕ ਅੰਕੜਾ ਦਿੱਤਾ ਗਿਆ, ਉਹ ਅੰਕੜਾ ਅਸਲ ਵਿੱਚ ਉਹਨਾਂ ਨਹੀਂ ਸੀ। ਉਹ ਕਈ ਸੋਰਸਿਸ ਤੋਂ 55 ਜਾਂ 58 ਦੀ ਗੱਲ ਆਖੀ ਗਈ ਹੈ, ਪਰ ਦੂਸਰੇ ਪਾਸੇ ਦੱਸਿਆ ਗਿਆ ਕਿ ਉਹਨਾਂ ਦੀ ਗਿਣਤੀ 20 ਤੋਂ 25 ਦੇ ਦਰਮਿਆਨ ਸੀ ਅਸਲੋਂ ਜਿਹੜੇ ਉੱਥੇ ਪਹੁੰਚੇ ਹੋਏ ਸਨ। ਤੇ ਜ਼ਰੂਰੀ ਨਹੀਂ ਕਿ ਉਹ ਸਾਰੇ ਕੈਪਟਨ ਖੇਮੇ ਦੇ ਹੀ ਹੋਣ, ਪਰ ਕੈਪਟਨ ਅਮਰਿੰਦਰ ਸਿੰਘ ਨਾਲ ਦੀ ਨਾਲ ਨਵਜੋਤ ਸਿੰਘ ਸਿੱਧੂ ਨੂੰ ਇੱਕ ਲੈਵਲ ਤੇ ਸਮਝਦੇ ਨੇ, ਜਿਵੇਂ ਉਸ ਨੂੰ ਜਿਹੜੇ ਸਾਡੇ ਮੁੱਦੇ ਨੇ, ਖਾਸ ਤੌਰ ਤੇ ਜਿਹੜੇ ਕੇਂਦਰ ਦੇ ਨਾਲ ਜੁੜੇ ਹੋਏ ਮੁੱਦੇ ਨੇ, ਸਰਹੱਦਾਂ ਦੇ ਮੁੱਦੇ ਨੇ, ਸੁਰੱਖਿਆ ਦੇ ਮੁੱਦੇ ਨੇ, ਉਹਨਾਂ ਦੇ ਐਟ ਪਾਰ ਨਹੀਂ ਸਮਝਦੇ ਸਿੱਧੂ ਨੂੰ, ਉਹਨੂੰ ਥੋੜਾ ਥੱਲੇ ਰੱਖਦੇ ਨੇ। ਔਰ ਜਦੋਂ ਸਿੱਧੂ ਦੀ ਗੱਲ ਹੁੰਦੀ ਹੈ, ਉਹ ਸਪੈਸੀਫਿਕਲੀ ਉਹਨਾਂ ਨੇ ਕਦੇ ਅੱਜ ਤੱਕ ਇਸ ਤੇ ਕੋਈ ਇਦਾਂ ਦਾ ਆਊਟਰਾਈਟਲੀ ਜਿਹੜਾ ਸਪਸ਼ਟੀਕਰਨ ਨਹੀਂ ਦਿੱਤਾ ਕਿ ਮੈਂ ਇਸੇ ਦੀ ਗੱਲ ਕਰ ਰਿਹਾ ਜਾਂ ਮੈਂ ਇਸੇ ਤੇ ਗੱਲ ਕਰਨ ਬੈਠਾ ਹੋਇਆ। ਨਾਲ ਉਹਨਾਂ ਨੇ ਕਿਸਾਨਾਂ ਦੀ ਗੱਲ ਕੀਤੀ ਹੈ, ਨਾਲ ਕੋਈ ਹੋਰ ਮੁੱਦਾ ਛੇੜ ਲੈਂਦੇ ਨੇ। ਉਹ ਉਸ ਲੈਵਲ ਨਾਲ ਗੱਲ ਕਰਦੇ ਨੇ ਕਿ ਠੀਕ ਹੈ, ਮੈਂ ਅਸਲ ਗੱਲ ਤੇ ਮੈਂ ਆਹ ਕਰ ਰਿਹਾ ਸੀ, ਇਹਦੇ ਵਿੱਚ ਸਿੱਧੂ ਦਾ ਵੀ ਮੁੱਦਾ ਆ ਗਿਆ ਤੇ ਚਲੋ ਇਹਦਾ ਵੀ ਮਾੜਾ ਮੋਟਾ ਜ਼ਿਕਰ ਹੋ ਜਾਵੇ ਤਾਂ ਕੋਈ ਮਾੜੀ ਗੱਲ ਨਹੀਂ। ਸੋ ਇਸ ਤਰੀਕੇ ਨਾਲ ਚੱਲ ਰਹੇ ਨੇ ਅਜੇ ਤੱਕ। ਜਿਹੜਾ ਆਪਸੀ ਭਾਵੇਂ ਇਹਨਾਂ ਨੂੰ 2 ਵਾਰੀ 4 ਵਾਰੀ 6 ਵਾਰੀ 8 ਵਾਰੀ 10 ਵਾਰੀ ਵੀ ਭਾਵੇਂ ਮਿਲ ਕੇ ਇੱਕ ਜਗ੍ਹਾ ਤੇ ਬੈਠ ਕੇ ਸੁਲ੍ਹਾ ਸਫਾਈ ਕਰਵਾਉਣ ਦਾ ਕੋਈ ਯਤਨ ਹੋ ਜਾਵੇ, ਪਰ ਇਸ ਤਰ੍ਹਾਂ ਜਾਪਦਾ ਨਹੀਂ ਕਿ ਕੈਪਟਨ ਅਮਰਿੰਦਰ ਸਿੰਘ ਸਿੱਧੂ ਤੋਂ ਹਾਰ ਮੰਨਣ ਵਾਲੇ ਨੇ। ਤੇ ਸਿੱਧੂ ਸਾਹਿਬ ਜਿਹੜਾ ਆਏ ਦਿਨ ਮੁੱਦਾ ਚੁੱਕਦੇ ਨੇ, ਪੰਜਾਬ ਮਾਡਲ ਲੋਕਾਂ ਦੇ ਅੱਗੇ ਰੱਖਦੇ ਨੇ, ਕੀ ਉਹਨੂੰ ਲਾਗੂ ਕਰਨਾ ਇੰਨਾ ਔਖਾ ਆ? ਕਾਗਜ਼ਾਂ ਦਾ ਪਲੰਦਾ ਜਿਹੜਾ ਉਹ ਚੁੱਕੀ ਫਿਰਦੇ ਨੇ। ਜਿਵੇਂ ਪਹਿਲਾਂ ਦੱਸਿਆ ਸੀ ਕਿ ਤਕਰੀਬਨ ਹਫ਼ਤੇ ਦੇ ਇੱਕ ਦਿਨ ਵਾਸਤੇ ਉਹਨਾਂ ਨੇ ਇੱਕ ਮੁੱਦਾ ਰੱਖਿਆ ਹੋਇਆ ਜੀ, ਰੇਤ, ਸ਼ਰਾਬ, ਕੇਬਲ, ਟਰਾਂਸਪੋਰਟ, ਬਿਜਲੀ, ਨਸ਼ਾ ਸਾਰੇ ਉਹ ਇੱਕੋ ਰੱਸੇ 'ਚ ਬੰਨ੍ਹਦੇ ਨੇ ਜੀ। ਫਿਰ ਉਹਨਾਂ ਨੂੰ ਵਿੱਚ ਲੱਗਣ ਲੱਗ ਜਾਂਦਾ ਕਿ ਇਹ ਚਲੋ ਅੱਜ ਮੁੱਦਿਆਂ ਦੀ ਕਾਹਨੂੰ ਗੱਲ ਕਰਨੀ ਹੈ, ਅੱਜ ਐਤਵਾਰ ਹੈ, ਅੱਜ ਅਕਾਲੀਆਂ ਦੇ ਦੁਆਲੇ ਹੋ ਜਾਂਦੇ ਆ। ਉਹ ਬਾਦਲ ਕਿਆਂ ਨੂੰ ਚੁੰਡੀ ਵੱਢਣ ਤੋਂ ਚੁੰਡੀ ਵੱਢਣ ਆ ਜਾਂਦੇ ਨੇ। ਹੁਣ ਪਰ ਉਹ ਇਸ ਜਿਹੜੀ ਉਹ ਗੱਲ ਕਰ ਰਹੇ ਨੇ ਇਸ ਬਾਰੇ ਸਵਲੀਨ ਜੀ, ਕੱਲੇ ਮੁੱਦੇ ਨੂੰ ਜੇ ਕੋਖੀਏ ਤਾਂ ਸਮਾਂ ਇੱਕ ਤਾਂ ਬਹੁਤ ਚਾਹੀਦਾ। ਪਰ ਜਦੋਂ ਅਸੀਂ ਰੇਤ ਦੀ ਗੱਲ ਕਰਦੇ ਹਾਂ, ਰੇਤ ਦੀਆਂ ਖੱਡਾਂ ਦੀ ਨਿਲਾਮੀ ਦੀ ਗੱਲ ਕਰਦੇ ਹਾਂ, ਵੇਚਣ ਦੀ, ਲੋਕਾਂ ਤੱਕ ਪਹੁੰਚਾਉਣ ਦੀ, ਸਾਰੀ ਤੇ ਸਰਕਾਰ ਨੂੰ ਜਿੰਨੀ ਕਮਾਈ ਹੋਣੀ ਆ ਉਸ ਤੋਂ, ਜਿਸ ਮਾਡਲ ਦੀ ਗੱਲ ਉਹਨਾਂ ਨੇ ਕਾਫੀ ਲੰਬਾ ਸਮਾਂ ਪਹਿਲਾਂ ਵੀ ਕੀਤੀ ਸੀ, ਉਹ ਅਸਲੋਂ ਗੱਲ ਠੀਕ ਆ। ਉਹ ਉਹਨਾਂ ਨੇ ਜਾਂ ਤਾਂ ਕਿਸੇ ਮਾਹਿਰ ਨਾਲ ਰਾਏ ਕਰਕੇ ਬਣਾਇਆ ਹੋਇਆ, ਉਹ ਗੱਲ ਉਹਨਾਂ ਦੀ ਦਰੁਸਤ ਹੈ ਕਿ ਇਹ ਇਸ ਤਰੀਕੇ ਨਾਲ ਹੋਵੇ ਤੇ ਸਰਕਾਰ ਆਪਣੇ ਕੰਮ ਤੋਂ ਨਾ ਭੱਜੇ ਤੇ ਸਰਕਾਰ ਨੂੰ ਵੀ ਕਮਾਈ ਹੋ ਸਕਦੀ ਤੇ ਇਸ ਦੀ ਚੋਰ ਬਜ਼ਾਰੀ ਵੀ ਬੰਦ ਹੋਵੇਗੀ। ਹੁਣ ਇਸ ਤੋਂ ਬਾਅਦ ਕੇਬਲ ਤੇ ਟਰਾਂਸਪੋਰਟ ਦੀ ਗੱਲ ਹੈ। ਜ਼ਾਹਿਰ ਤੌਰ ਤੇ ਉਹ ਬਾਦਲ ਪਰਿਵਾਰ ਨੂੰ ਨਿਸ਼ਾਨਾ ਬਣਾ ਕੇ ਗੱਲ ਕਰਦੇ ਨੇ, ਪਰ ਮੁੱਦੇ ਉੱਥੇ ਵੀ ਉਹਨਾਂ ਦੇ ਸੱਚੇ ਨੇ। ਬਿਜਲੀ ਦੀ ਵੀ ਭਾਵੇਂ ਕੇਂਦਰੀ ਗ੍ਰਿਡ ਤੋਂ ਜੇ ਕੈਪਟਨ ਅਮਰਿੰਦਰ ਸਿੰਘ ਕਹਿੰਦੇ ਨੇ ਕਿ 14,000 ਮੈਗਾਵਾਟ ਸਾਨੂੰ ਚਾਹੀਦੀ ਹੈ ਤੇ 7,000 ਮਿਲੇਗੀ ਕੇਂਦਰੀ ਤੋਂ, ਭਾਈ ਤੁਸੀਂ ਉਨੀ ਤਾਂ ਲਓ 7,000 ਤੇ ਖਰੀਦੋ ਨਾ, ਤੁਸੀਂ ਇਹਨਾਂ ਤੋਂ ਖਰੀਦਣੀ ਕਿਉਂ ਐਵੇਂ? ਸਮਥਿੰਗ ਇਜ਼ ਬੈਟਰ ਦੈਨ ਨਥਿੰਗ, ਕੁਝ ਤੇ ਕਰੋ। ਨਾਲ ਹੀ ਇਸੇ ਤਰ੍ਹਾਂ ਜਿਹੜੇ ਮੁੱਦੇ ਹੋਰ ਕਿਸਾਨਾਂ ਦੀ ਫਸਲਾਂ ਦੀ ਖਰੀਦ ਸੰਬੰਧੀ ਵੀ, ਮੰਡੀਕਰਨ ਦੀ ਵੀ ਕੋਈ ਯੋਜਨਾ ਬਣਾਈ ਬੈਠੇ ਨੇ ਨਵਜੋਤ ਸਿੱਧੂ ਜੀ, ਉੱਥੇ ਵੀ ਉਹਨਾਂ ਦਾ ਜਿਹੜੀ ਗੱਲ ਹੈ ਵਾਜਬ ਜਾਪਦੀ ਹੈ। ਕੁਝ ਗੱਲਾਂ ਜਗੋ ਤੇਰਵੀਆਂ ਹੋ ਸਕਦੀਆਂ ਨੇ ਜਿਹੜੀਆਂ ਲੱਗਣ ਸਾਨੂੰ ਕਿ ਨਹੀਂ ਇਹ ਇਸ ਤਰ੍ਹਾਂ ਨਹੀਂ ਹੋ ਸਕਦਾ। ਨਵਜੋਤ ਸਿੰਘ ਸਿੱਧੂ ਬਹੁਤ ਅਲੋਕਾਰੀ ਗੱਲ ਕਰ ਰਹੇ ਨੇ ਜੀ, ਪਰ ਮਾਡਲ ਉਹਨਾਂ ਦਾ ਜਿਹੜਾ ਨਾ ਕਿਤੇ ਭਾਵੇਂ ਉਹ ਕਹਿੰਦੇ ਹੋਣ ਕਿ ਗੁਜਰਾਤ ਮਾਡਲ ਨਹੀਂ ਚੱਲਣਾ ਪੰਜਾਬ 'ਚ, ਦਿੱਲੀ ਮਾਡਲ ਨਹੀਂ ਚੱਲਣਾ, ਪਰ ਕਿਤੇ ਉਹ ਦਿੱਲੀ ਮਾਡਲ ਨਾਲ ਮੇਲ ਜ਼ਰੂਰ ਖਾਂਦਾ ਹੈ ਜੀ। ਔਰ ਇਹਨਾਂ ਸਾਰੇ ਮਾਡਲਾਂ ਦੀ ਜਦੋਂ ਗੱਲ ਕਰਦੇ ਨੇ ਇੱਕ ਥੱਬਾ ਚੁੱਕੀ ਫਿਰਦੇ ਨੇ ਨਾਲ। ਥੱਬੇ ਦੇ ਵਿੱਚ ਕੀ ਹੈ ਤੇ ਉਹਨਾਂ ਨੂੰ ਕਿਨ ਤਿਆਰ ਕਰਕੇ ਦਿੱਤਾ ਜਾਂ ਖੁਦ ਉਹਨਾਂ ਨੇ ਇੰਨੀ ਮਿਹਨਤ ਕਰਕੇ ਬਣਾਇਆ ਹੋਇਆ, ਹੋ ਸਕਦਾ 4.5 ਸਾਲਾਂ 'ਚ ਇਹੋ ਹੀ ਤਿਆਰ ਕੀਤਾ ਜੀ ਲੱਗਦਾ ਇਸ ਤਰ੍ਹਾਂ ਹੀ ਆ। ਪਰ ਇਹ ਜਿਹੜੇ ਮੁੱਦੇ ਨੇ ਮੌਜੂਦਾ ਢਾਂਚੇ ਵਿੱਚ ਰਹਿੰਦੇ ਆ, ਜਿਵੇਂ ਤੁਹਾਡਾ ਸਵਾਲ ਸੀ, ਮੌਜੂਦਾ ਢਾਂਚੇ ਵਿੱਚ ਰਹਿੰਦੇ ਆ, ਇਹਨਾਂ ਨੂੰ ਪੁਰ ਕਰਨਾ, ਇਹਨਾਂ ਤੇ ਅਮਲ ਕਰਨਾ ਜਾਂ ਕਰਵਾਉਣਾ ਉਹ ਲੱਗਦਾ ਨਹੀਂ, ਉਹ ਜਾਪਦਾ ਨਹੀਂ ਕਿ ਹੋਵੇਗਾ। ਉਹਦੇ ਕਾਰਨ ਨੇ ਜਦੋਂ ਉਹ ਗੱਲ ਕਰਦੇ ਨੇ ਇਹਨਾਂ ਸਾਰੇ ਮੁੱਦਿਆਂ ਦੀ ਤੇ ਕਿਹਦੇ ਖਿਲਾਫ ਬੋਲਦੇ ਨੇ।
ਅਕਾਲੀਆਂ ਖਿਲਾਫ ਕਿੰਨੀ ਦੇਰ ਕਿੰਨੇ ਸਾਲ ਬੋਲ ਕੇ ਵੋਟਾਂ ਹਾਸਲ ਕਰਦੇ ਰਹੋਗੇ ਤੁਸੀਂ? ਜੀ ਜੇ ਇਹੋ ਹੀ ਮੁੱਦੇ ਅੱਜ ਵੀ 5 ਸਾਲਾਂ ਬਾਅਦ 4.5 ਸਾਲਾਂ ਬਾਅਦ ਖਲੋਤੇ ਨੇ ਅਕਾਲੀ ਸਰਕਾਰ ਦੇ ਜਾਣ ਤੋਂ ਬਾਅਦ, ਤੇ ਜ਼ਿੰਮੇਵਾਰ ਇਸ ਲਈ ਕੌਣ ਹੈ? ਇਹੋ ਹੀ ਇਲਜ਼ਾਮ ਰੇਤ ਦੇ, ਸ਼ਰਾਬ ਦੇ, ਕੇਬਲ ਦੇ, ਟਰਾਂਸਪੋਰਟ ਦੇ, ਇਹ ਕਾਂਗਰਸ ਦੇ ਮੰਤਰੀਆਂ ਤੇ ਐਮਐਲਏ ਤੇ ਵੀ ਇਸੇ ਤਰ੍ਹਾਂ ਹੀ ਲੱਗ ਰਹੇ ਨੇ ਜਿਸ ਤਰ੍ਹਾਂ ਅਕਾਲੀਆਂ ਤੇ ਲੱਗੇ ਸਨ। ਜੀ ਸੋ ਇਸ ਤਰ੍ਹਾਂ ਦਾ ਇਲਜ਼ਾਮਬਾਜ਼ੀ ਜਿਹੜੀ ਹੈ ਜੋ ਉਹ ਪੁਲੰਦਾ ਚੁੱਕੀ ਫਿਰਦੇ ਨੇ, ਮੈਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਭਾਵੇਂ ਉਹਨਾਂ ਦੇ ਨਾਲ 60-61 ਵਿਧਾਇਕ ਥਾਂ ਥਾਂ ਤੇ ਮੱਥਾ ਟੇਕਣ ਗਏ ਹੋਣ, ਜੇ 60-61 ਤੇ ਵੀ ਨਿਗਾਹ ਮਾਰ ਲਈਏ, ਉਹਨਾਂ ਵਿੱਚੋਂ ਕਿੰਨਿਆਂ ਕੁ ਦਾ ਅਕਸ ਜਿਹੜਾ ਸਾਫ਼ ਹੈ। ਅਸੀਂ ਕਿੰਨਿਆਂ ਨੂੰ ਕਹਿ ਸਕਦੇ ਹਾਂ ਕਿ ਆਊਟਰਾਈਟਲੀ ਇਮਾਨਦਾਰ ਵਿਅਕਤੀ ਨੇ ਤੇ ਵਧੀਆ ਤਰੀਕੇ ਨਾਲ ਕੰਮ ਕਰ ਰਹੇ ਨੇ। ਜੀ ਬਹੁਤ ਥੋੜਿਆਂ ਦਾ ਅਕਸ ਸਾਫ਼ ਹੈ। ਆਟੇ ਚ ਲੂਣ ਬਰਾਬਰ। ਆਟੇ 'ਚ ਲੂਣ ਬਰਾਬਰ ਹੈ। ਤੇ ਫਿਰ ਇਹਨਾਂ ਵਿਅਕਤੀਆਂ ਨੂੰ ਨਾਲ ਲੈ ਕੇ, ਜਿਨ੍ਹਾਂ ਵਿਅਕਤੀਆਂ ਦੇ ਬਾਰੇ ਉਹਨਾਂ ਨੂੰ ਪਤਾ ਹੈ ਕਿ ਨਹੀਂ ਇਹਨਾਂ ਦਾ ਅਕਸ ਸਾਫ਼, ਤੇ ਕੈਪਟਨ ਅਮਰਿੰਦਰ ਸਿੰਘ ਨਾਲ ਕੱਲ੍ਹ ਤੱਕ ਇਹ ਬਹੁਤ ਰਾਜੀ ਸਨ ਤੇ ਉਹਨਾਂ ਦੇ ਨਾਲ ਮਿਲ ਕੇ ਚੱਲ ਰਹੇ ਸੀ ਜਾਂ ਅਕਾਲੀਆਂ ਨੂੰ ਫਾਇਦਾ ਪਹੁੰਚਾ ਰਹੇ ਸੀ, ਤੇ ਉਹ ਹੁਣ ਮੇਰੇ ਨਾਲ ਸਹਿਮਤ ਹੋ ਕੇ ਤੇ ਮੁੱਦਿਆਂ ਪ੍ਰਤੀ ਗੰਭੀਰ ਕਿਵੇਂ ਹੋ ਜਾਣਗੇ ਉਹ? ਇਹ ਜਾਪਦਾ ਨਹੀਂ। ਸੋ ਇਸ ਦੇ ਬਾਅਦ ਫਿਰ ਕੀ ਉਹ ਅਕਾਲੀਆਂ ਦੇ ਵਿੱਚ ਰਹਿ ਕੇ ਜਾਂ ਅਕਾਲੀਆਂ ਦੇ ਵਿੱਚ ਜਾ ਕੇ ਕੋਈ ਮੁੱਦਿਆਂ ਤੇ ਕੋਈ ਕੰਮ ਹੋ ਸਕੇਗਾ? ਉਧਰ ਵੀ ਨਹੀਂ ਜਾਪਦਾ। ਕੀ ਭਾਜਪਾ ਵੱਲ ਨੂੰ ਮੋੜ ਕੱਟਣਗੇ? ਉਹ ਵੀ ਨਹੀਂ ਜਾਪਦਾ। ਆਮ ਆਦਮੀ ਪਾਰਟੀ ਨੂੰ ਇਨਕਾਰ ਚੁੱਕੇ ਨੇ, ਹਾਲਾਂਕਿ ਬਹੁਤਾ ਉਹਨਾਂ ਦੇ ਖਿਲਾਫ ਬੋਲਦੇ ਨਹੀਂ। ਸੋ ਨਵਜੋਤ ਸਿੰਘ ਸਿੱਧੂ ਦੁਆਰਾ ਉਠਾਏ ਗਏ ਮੁੱਦੇ, ਜਿਹੜੇ ਉਹ ਮੁੱਦੇ ਉਠਾਉਂਦੇ ਨੇ, ਇਹ ਤੇ ਮੈਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਇੱਕ ਬਿਲਕੁਲ ਨਵੀਂ ਨਵੇਲੀ ਪਾਰਟੀ ਹੀ ਉਹ ਬਣਾ ਲੈਣ। ਨਵੇਂ ਵਿਧਾਇਕ ਜਿਹੜੇ ਹਨ ਲੋਕਾਂ ਦੇ ਮੋਹਰੇ ਲੋਕਾਂ ਦੇ ਆਗੂ ਲੈ ਕੇ ਆਉਣ, ਲੋਕ ਉਹਨਾਂ ਨੂੰ ਵੋਟਾਂ ਪਾਉਣ, ਲੋਕਾਂ ਤੱਕ ਸੰਦੇਸ਼ ਜਾਵੇ ਤੇ ਵਾਕਿਆ ਹੀ ਮੁੱਦਿਆਂ ਦੀ ਗੱਲਬਾਤ ਹੋਵੇ, ਤੇ ਫੇਰ ਕਿਤੇ ਜਾ ਕੇ ਸੁਣੀ ਜਾਵੇਗੀ। ਜਿਵੇਂ ਇਮਰਾਨ ਖਾਨ ਨੇ ਵੀ ਜਦੋਂ ਪਾਕਿਸਤਾਨ ਦੇ ਵਿੱਚ ਉਹਨਾਂ ਨੇ ਸਿਆਸਤ ਵਿੱਚ ਕਦਮ ਰੱਖਿਆ ਸੀ ਤੇ ਕਈ ਸਾਲ 20 ਸਾਲ ਤੋਂ ਵੀ ਵੱਧ ਸਮਾਂ ਉਹਨਾਂ ਨੂੰ ਲੱਗਿਆ ਪ੍ਰਧਾਨ ਮੰਤਰੀ ਬਣਨ ਤੱਕ, 20 ਤੋਂ ਵੀ ਜ਼ਿਆਦਾ। ਪਰ ਕੀ ਨਵਜੋਤ ਸਿੰਘ ਸਿੱਧੂ ਇਸ ਤਰ੍ਹਾਂ ਦੀ ਉਡੀਕ ਕਰਨ ਵਾਸਤੇ ਰੈਡੀ ਨੇ? ਇਹ ਲੱਗਦਾ ਨਹੀਂ। ਸੋ ਬੜੀ ਇਹ ਜੱਦੋ ਜਹਿਦ ਤੇ ਕਸ਼ਮਕਸ਼ ਜਿਹੜੀ ਹੈ ਨਾ ਨਵਜੋਤ ਸਿੰਘ ਸਿੱਧੂ ਲਈ ਅੱਗੇ ਦਿਸ ਰਹੀ ਹੈ। ਜਾਂ ਤੇ ਜਿੰਨੇ ਇਹ ਪਲੰਦਾ ਜਿਹੜਾ ਚੁੱਕੀ ਫਿਰਦੇ ਨੇ, ਜੇ ਕੱਲ੍ਹ ਨੂੰ ਕਾਂਗਰਸ ਸਰਕਾਰ ਆ ਵੀ ਜਾਂਦੀ ਹੈ, ਜੇ ਅੱਜ ਨਹੀਂ ਉਹਨਾਂ ਦੀ ਸੁਣੀ ਜਾ ਰਹੀ ਇੰਨੀ ਵੱਡੀ ਮੈਜੋਰਟੀ ਹੋਣ ਦੇ ਬਾਵਜੂਦ, ਤੇ ਫਿਰ ਕਦੋਂ ਸੁਣੀ ਜਾਣੀ ਹੈ? ਸੋ ਜਿੰਨਿਆਂ ਮੁੱਦਿਆਂ ਤੇ ਗੱਲਬਾਤ ਹੁਣ ਤੱਕ ਕੀਤੀ ਹੈ, ਇਹ ਮੌਜੂਦਾ ਢਾਂਚੇ ਦੇ ਰਹਿੰਦਿਆਂ ਮੈਨੂੰ ਪੂਰੇ ਹੁੰਦੇ ਨਹੀਂ ਜਾਪਦੇ। ਕੈਪਟਨ ਸਾਹਿਬ ਕਹਿੰਦੇ ਵੀ 90% ਦੀ ਚੋਣ ਵਾਅਦੇ ਅਸੀਂ ਪੂਰੇ ਕਰ ਲਏ ਨੇ, 547 ਵਾਅਦੇ ਕੀਤੇ ਸੀ, 422 ਪੂਰੇ ਕਰ ਲਏ ਨੇ, 17 ਲੱਖ ਅਸੀਂ ਨੌਕਰੀਆਂ ਵੰਡਤੀਆਂ ਨੇ, 750 ਤੋਂ 1500 ਅਸੀਂ ਪੈਨਸ਼ਨ ਕਰਤੀ ਹੈ, ਸਮਾਰਟਫੋਨ ਵੀ ਦੇਤਾ ਕੰਮ ਤੇ। ਕੁਲਦੀਪ ਜੀ, ਇਹਨਾਂ ਨੇ ਸਾਰੇ ਕਰਤੇ ਨੇ, ਪੰਜਾਬ ਨੂੰ ਇਹਨਾਂ ਦੇ ਸੋਨੇ ਦੀ ਚਿੜੀ ਬਣਾਤਾ, ਹੁਣ ਵਿਹਲੇ ਹੋ ਕੇ ਲੜਾਈ ਕਰ ਰਹੇ ਨੇ। ਕੀ ਇਹ ਸਿਆਸਤ ਦੇ ਨਸ਼ੇ 'ਚ ਰੌਲਾ ਪਾ ਰਹੇ ਨੇ ਜਾਂ ਬੇਸ਼ਰਮੀ ਦਾ ਰੌਲਾ? ਕੀਤਾ ਕੱਖ ਨਹੀਂ। ਬੇਸਿਕਲੀ ਇਸ ਨੂੰ ਇਹ ਕਹਿ ਸਕਦੇ ਹਾਂ ਕਿ ਢੀਠ ਥਾਈ ਜਿਹਨੂੰ ਕਹਿੰਦੇ ਨੇ ਨਾ ਪੰਜਾਬੀ 'ਚ, ਇਹ ਹੈ। ਪਤਾ ਵੀ ਹੈ ਕਿ ਮੁੱਦੇ ਕਿਹੜੇ ਸਨ ਅਸਲੀ, ਤੇ ਸਹੁੰ ਅਸੀਂ ਕਿਹੜੇ ਮੁੱਦਿਆਂ ਦੀ ਖਾਧੀ ਹੋਈ ਸੀ, ਤੇ ਅਸੀਂ ਪੂਰੇ ਕਿਹੜੇ ਕੀਤੇ ਨੇ। ਇਸ ਤਰ੍ਹਾਂ ਦੇ ਕੰਮ ਨਹੀਂ ਹੁੰਦੇ। ਤੁਸੀਂ ਅਖੀਰਲੇ 6 ਮਹੀਨਿਆਂ ਦੇ ਵਿੱਚ ਆ ਕੇ ਅਖਬਾਰਾਂ ਦੇ ਵਿੱਚ ਵੱਡੀਆਂ ਐਡਵਰਟਾਈਜ਼ਮੈਂਟ ਲਾ ਦਿੰਦੇ ਹੋ, ਪੇ ਕਮਿਸ਼ਨ ਦੀਆਂ ਸ਼ਰਤਾਂ ਲਾਗੂ ਕਰ ਦਿੰਦੇ ਹੋ, ਤੇ ਨੌਕਰੀਆਂ ਨਾ ਮਾਤਰ ਕੱਢ ਕੇ ਨੌਜਵਾਨਾਂ ਨੂੰ ਲੜਕਿਆਂ ਨੂੰ ਖੱਜਲ ਖੁਆਰ ਕਰਕੇ ਇੱਕੋ ਗੱਲ ਲੋਕਾਂ ਦੇ ਮੂੰਹ 'ਚ ਪਾ ਦਿੰਦੇ ਕਰਕੇ ਤੁਸੀਂ। ਜੀ, ਉਹ ਸਾਰਾ ਕੁਝ ਕਰਕੇ ਰੌਲਾ ਰੱਪਾ ਪਾ ਕੇ ਸਮਾਰਟਫੋਨਾਂ ਦਾ ਕਿੱਥੇ ਤੱਕ ਜਿਹੜਾ ਸੀ ਉਹ ਪੂਰਾ ਹੋਇਆ ਟੀਚਾ ਸਾਰਿਆਂ ਨੂੰ ਪਤਾ ਹੈ। ਸਕੂਲਾਂ ਦੀ ਹਾਲਤ, ਜੇ ਪੰਜਾਬ ਨੂੰ ਗ੍ਰੇਡ ਮਿਲ ਹੀ ਗਏ ਸਕੂਲਾਂ ਨੂੰ, ਤੇ ਸਾਰਿਆਂ ਨੇ ਉਸ ਦਾ ਮਜ਼ਾਕ ਉਡਾਇਆ ਕਿ ਇਹ ਗ੍ਰੇਡ ਖੌਰੇ ਕਿੰਨੇ ਦੇ ਦਿੱਤੇ ਨੇ, ਤੇ A+ ਗ੍ਰੇਡ ਮਿਲਣ ਦਾ ਕੋਈ ਕਾਰਨ ਤੇ ਬਣਦਾ ਨਹੀਂ ਸੀ ਪੰਜਾਬ ਦੇ ਸਕੂਲਾਂ ਨੂੰ। ਢਾਂਚਾ ਵਿਗੜਿਆ ਹੋਇਆ। ਨਸ਼ਿਆਂ ਦੇ ਬਾਰੇ ਕੈਪਟਨ ਖੁਦ ਮੰਨਦੇ ਨੇ ਕਿ ਨਹੀਂ ਰੋਕ ਰਹੇ, ਤੇ ਬੇਰੁਜ਼ਗਾਰੀ ਸਿਖਰ ਤੇ ਹੈ। ਪੰਜਾਬ ਦਾ ਨੌਜਵਾਨ ਬਾਹਰ ਨੂੰ ਅੱਜ ਵੀ ਭੱਜਿਆ ਜਾਂਦਾ ਹੈ, ਤੇ ਪੰਜਾਬ ਦਾ ਕਿਸਾਨ ਸੜਕਾਂ ਤੇ ਰੋਲਣ ਲਈ ਮਜਬੂਰ ਹੈ। ਤੇ ਜੇ ਉਹ ਕੇਂਦਰ ਕਰਕੇ ਵੀ ਹੋ ਸਕਦਾ ਹੈ, ਤੇ 5 ਦਿਨ ਤੇ ਇਹਨਾਂ ਨੇ ਵੀ ਰੋਲਿਆ, ਬਲਕਿ 5 ਸਾਲ ਰੋਲਿਆ। ਜਦੋਂ ਤੋਂ ਗੰਨੇ ਦੀ ਕੀਮਤ ਵਧਾਈ ਨਹੀਂ, ਉਦੋਂ ਜਦੋਂ ਕਿਸਾਨਾਂ ਨੇ ਬਿਲਕੁਲ ਸੰਗ ਤੇ ਆ ਕੇ ਹੱਥ ਰੱਖ ਲਿਆ ਕਿ ਹੁਣ ਦੱਸੋ ਜਾਣਾ ਕਿੱਥੇ ਨੂੰ ਹੈ, ਤੇ ਫਿਰ ਤੁਸੀਂ ਗੰਨੇ ਦੀ ਕੀਮਤ ਵਧਾਉਂਦੇ ਹੋ। ਉਹ ਇਸ ਤਰ੍ਹਾਂ ਹੈ ਕਿ ਮੁੱਦਿਆਂ ਨੂੰ ਕੋਈ ਜਿਹਦੇ ਬਹੁਤ ਜ਼ਿਆਦਾ ਰੌਲਾ ਪੈ ਗਿਆ, ਤੇ ਅਖੀਰਲੇ ਸਮੇਂ 'ਚ ਆ ਕੇ ਕੁਛ ਉਹਨਾਂ 'ਚ ਪੂਰੇ ਕਰਨ ਦੀ ਕੋਸ਼ਿਸ਼ ਕੀਤੀ ਹੈ। ਅਦਰਵਾਈਜ਼ ਜਿਹੜੀ ਸਥਿਤੀ ਹੈ, ਜਿਨ੍ਹਾਂ ਮੁੱਦਿਆਂ ਤੇ ਚੋਣ ਲੜੀ ਗਈ ਸੀ, ਉਹ ਮੁੱਦੇ ਨਹੀਂ ਪੂਰੇ ਕੀਤੇ ਜੀ। ਸੂਬੇ ਦੀ ਸਿਆਸਤ ਦੀ ਥੋੜੀ ਜੀ ਗੱਲ ਹੋਰ ਵੀ ਕਰਾਂਗੇ। ਕੁਝ ਮੁੱਦੇ ਅਜੇ ਆਂਕਣੇ ਬਾਕੀ ਨੇ, ਪਰ ਇਸ ਵੇਲੇ ਇਸ਼ਾਰਾ ਹੋ ਰਿਹਾ ਇੱਕ ਛੋਟੀ ਜਿਹੀ ਬ੍ਰੇਕ ਦਾ। ਜਲਦ ਹਾਜ਼ਰ ਹੁੰਦੇ ਹਾਂ। ਪ੍ਰੋਗਰਾਮ ਵਿਚਾਰ ਚਰਚਾ ਦੇਖ ਰਹੇ ਦਰਸ਼ਕਾਂ ਦਾ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਸਵਾਗਤ ਕਰਦੇ ਹਾਂ। ਕੁਲਦੀਪ ਜੀ, ਗੱਲ ਫਿਰ ਪੰਜਾਬ ਦੀ। ਹਰੀਸ਼ ਰਾਵਤ ਦੀ ਜੇ ਗੱਲ ਕਰੀਏ, ਤੇ ਜਦੋਂ ਪੰਜਾਬ ਕਾਂਗਰਸ ਚੋਂ ਧੂੰਆਂ ਉੱਠਦਾ ਤੇ ਉਹ ਠੰਡਾ ਛਿੜਕਣ ਆ ਜਾਂਦੇ ਨੇ।
ਤੇ ਕੱਲ ਆਉਂਦਿਆਂ ਹੀ ਉਹਨਾਂ ਨੇ ਵਿਵਾਦਾਂ ਨੂੰ ਜਫਾ ਪਾ ਲਿਆ। ਕੀ ਆ ਪੂਰਾ ਮਾਮਲਾ? ਹਰੀਸ਼ ਰਾਵਤ ਵੈਸੇ ਮੈਂ ਤਾਂ ਹੁਣ ਤੱਕ ਇਹ ਕਹਾਂਗਾ ਕਿ ਭਾਵੇਂ ਉਹ ਇਸ ਨੂੰ ਪੂਰਨ ਤੌਰ ਤੇ ਮੁੱਦੇ ਨੂੰ ਠੰਡਾ ਕਰਨ ਵਿੱਚ ਕਾਮਯਾਬ ਨਾ ਵੀ ਹੋਏ ਹੋਣ, ਪਰ ਉਹਨਾਂ ਨੇ ਠਰਮੇ ਦਾ ਪ੍ਰਗਟਾਵਾ ਜ਼ਰੂਰ ਕੀਤਾ ਜੀ, ਬਹੁਤ ਜ਼ਿਆਦਾ ਠਰਮੇ ਦਾ ਪ੍ਰਗਟਾਵਾ ਕੀਤਾ। ਤੇ ਉਹਨਾਂ ਨੇ ਹੱਥ ਵੀ ਜੋੜ ਦਿੱਤੇ ਸੀ ਕੁਝ ਦਿਨ ਪਹਿਲਾਂ ਕਿ ਮੈਂ ਜ਼ਿੰਮੇਵਾਰੀ ਲੈਣੀ ਮੈਂ ਹੁਣ ਜ਼ਿੰਮੇਵਾਰੀ ਤੋਂ ਮੈਂ ਇਨਕਾਰੀ ਹਾਂ। ਫਿਰ ਆ ਜਾਂਦੇ ਨੇ। ਉੱਤਰਾਖੰਡ ਵਿੱਚ ਵੋਟਾਂ ਨੇ, ਜਦੋਂ ਪੰਜਾਬ 'ਚ ਨੇ ਉਦੋਂ ਹੀ ਉੱਥੇ ਨੇ, ਤੇ ਮੈਨੂੰ ਹੁਣ ਤੁਸੀਂ ਵਿਦਾ ਕਰੋ, ਕਿਉਂਕਿ ਦੇਹਰਾਦੂਨ ਨੂੰ ਵੀ ਸਿੱਧੇ ਜਾਣ ਲੱਗ ਪਏ ਨੇ ਹੁਣ ਤੇ। ਜੀ। ਪਰ ਉਹਨਾਂ ਨੇ ਪਿੱਛੇ ਜਿਹੇ ਦਿਨੀ ਇੱਕ ਸਖਤ ਬਿਆਨ ਦੇ ਦਿੱਤਾ ਸੀ ਕਿ ਪੰਜਾਬ ਵਿੱਚ ਜਦੋਂ ਬਾਗੀ ਧੜਾ ਉਹਨਾਂ ਕੋਲ ਪਹੁੰਚ ਗਿਆ ਕਿ ਚੋਣਾਂ ਤੇ ਕੈਪਟਨ ਸਾਹਿਬ ਦੀ ਅਗਵਾਈ 'ਚ ਲੜੀਆਂ ਜਾਣਗੀਆਂ। ਜੀ, ਪ੍ਰਗਟ ਸਿੰਘ ਪੈ ਨਿਕਲੇ, ਉਹਨਾਂ ਨੂੰ ਪ੍ਰਗਟ ਸਿੰਘ ਕਹਿੰਦੇ ਵੀ ਤੁਸੀਂ ਫੈਸਲੇ ਲੈਣ ਵਾਲੇ ਕੌਣ ਹੁੰਦੇ ਹੋ? ਪਰ ਉਹ ਕੱਲ ਤੋਂ ਆਏ ਹੋਏ ਨੇ ਤੇ ਉਹਨਾਂ ਨੇ ਜਿਹੜਾ ਆ ਕੇ ਪ੍ਰਗਟ ਸਿੰਘ ਦੇ ਨਾਲ ਗੱਡੀ ਸਫ਼ਰ ਵੀ ਕੀਤਾ ਹੈ, ਥੋੜੀ ਨੇੜਤਾ ਦਿਖਾਉਣ ਦਾ ਯਤਨ ਵੀ ਕੀਤਾ ਤੇ ਸੰਬੰਧਿਤ ਧਿਰਾਂ ਨੂੰ ਮਿਲ ਰਹੇ ਨੇ। ਉਹਨਾਂ ਨੇ ਮਾਮਲੇ ਨੂੰ ਠੰਡਾ ਕਰਨ ਦਾ ਯਤਨ ਕੀਤਾ, ਜਿਵੇਂ ਹਰ ਵਾਰੀ ਕਰਨਾ ਹੀ ਪੈਂਦਾ ਉਹਨਾਂ ਨੂੰ, ਪਰ ਉਹ ਕਦੀ ਇੱਕ ਨੂੰ ਮਿਲਦੇ ਨੇ, ਕਦੀ ਦੂਸਰੇ ਨੂੰ ਮਿਲਦੇ ਨੇ, ਪਰ ਇਸ ਦਾ ਕੋਈ ਠੋਸ ਨਤੀਜਾ ਨਿਕਲਣ ਦੀ ਆਸ ਨਹੀਂ ਜਾਪਦੀ ਅਜੇ ਵੀ। ਪਰ ਬਾਗੀ ਧੜੇ ਬਾਰੇ ਕੀ ਕਰਨਾ ਹੈ, ਇਹ ਰਿਪੋਰਟ ਸ਼ਾਇਦ ਉਹ ਕੇਂਦਰੀ ਹਾਈ ਕਮਾਨ ਨੂੰ ਦੇ ਦੇਣ ਤੇ ਫਿਰ ਸ਼ਾਇਦ ਕੋਈ ਫੈਸਲਾ ਆਵੇ ਜੀ। ਪਰ ਉਹਨਾਂ ਨੇ ਆਉਂਦਿਆਂ ਹੀ 5 ਪ੍ਰਧਾਨ ਜਿਹੜੇ ਨੇ ਉਹਨਾਂ ਦੀ ਤੁਲਨਾ 5 ਪਿਆਰਿਆਂ ਦੇ ਨਾਲ ਕਰ ਦਿੱਤੀ ਹੈ। ਇਸ ਗੱਲ ਤੇ ਉਹਨਾਂ ਦੀ ਬੜੀ ਇੱਕਦਮ ਰੌਲਾ ਉੱਠਿਆ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਅਕਾਲੀ ਦਲ ਦੇ ਆਗੂ ਜਿਹੜੇ ਸੀ ਉਹਨਾਂ ਨੂੰ ਪੈ ਨਿਕਲੇ ਜੀ, ਕਹਿੰਦੇ ਕਿ ਤੁਸੀਂ ਦੇਖੋ ਮਾਫੀ ਮੰਗੋ, ਤੁਹਾਨੂੰ ਮਾਫੀ ਮੰਗਣੀ ਚਾਹੀਦੀ। 5 ਪਿਆਰੇ ਸਾਡੇ ਲਈ ਬਹੁਤ ਉੱਚਾ ਸਥਾਨ ਹੈ ਜੀ, ਤੇ ਤੁਹਾਨੂੰ ਇਸ ਤਰ੍ਹਾਂ ਦੇ ਅਪਮਾਨਜਨਕ ਲਫ਼ਜ਼ ਜਿਹੜੇ ਨਹੀਂ ਵਰਤਣੇ ਚਾਹੀਦੇ ਸੀ। ਹਰੀਸ਼ ਰਾਵਤ ਮੈਂ ਉਹਨਾਂ ਦੀ ਸ਼ਾਬਾਸ਼ ਆਖੂੰਗਾ ਕਿ ਗਲਤ ਬਿਆਨੀ ਤੇ ਬਹੁਤਿਆਂ ਨੇ ਕੀਤੀ ਹੋਈ ਹੈ, ਇੱਕ ਨੇ ਨਹੀਂ ਕੀਤੀ ਹੋਈ। ਗੁਰਬਾਣੀ ਦੀਆਂ 17 ਉਲਟ-ਪੁਲਟ ਬੋਲਣ ਦਾ ਦੋਸ਼ ਤੇ ਸਾਡੇ ਪੰਜਾਬ ਦੇ ਬਹੁਤ ਆਗੂਆਂ ਤੇ ਲੱਗਦਾ ਹੈ ਤੇ ਬਹੁਤ ਵਾਰੀ ਕਈ ਕੁਛ ਇਹੋ ਜਿਹਾ ਆਖ ਦਿੰਦੇ ਨੇ, ਫਿਰ ਮੁਆਫੀ ਦਾ ਲਫ਼ਜ਼ ਵੀ ਮੂੰਹੋਂ ਨਹੀਂ ਨਿਕਲਦਾ। ਪਰ ਸ਼ਾਬਾਸ਼ ਇਸ ਕਰਕੇ ਰਾਵਤ ਦੇ ਕਿ ਉਹਨਾਂ ਨੇ ਬਿਨਾਂ ਸ਼ਰਤ ਮੁਆਫੀ ਮੰਗੀ ਹੈ। ਪਹਿਲਾਂ ਤਾਂ ਉਹਨਾਂ ਨੇ ਇਹ ਕਿਹਾ ਕਿ ਜੇ ਮੈਂ ਮੁਆਫੀ ਮੰਗ ਲੈਂਦਾ, ਮੈਨੂੰ ਕੋਈ ਅੰਦਾਜ਼ਾ ਨਹੀਂ ਸੀ ਕਿ ਇਸ ਤਰ੍ਹਾਂ ਦੀ ਗੱਲ ਹੈ, ਪਰ ਮੈਂ ਬਹੁਤ ਸਤਿਕਾਰ ਕਰਦਾ। ਮੈਨੂੰ ਪਤਾ ਹੈ ਕਿ ਉੱਤਰਾਖੰਡ ਦੇ ਵਿੱਚ ਸਿੱਖਾਂ ਦੇ 2 ਪ੍ਰਮੁੱਖ ਸਥਾਨ ਨੇ, ਗੁਰਦੁਆਰਾ ਨਾਨਕ ਮੱਤਾ ਸਾਹਿਬ ਤੇ ਹੇਮਕੁੰਟ ਸਾਹਿਬ ਉੱਤਰਾਖੰਡ 'ਚ ਨੇ। ਅਸੀਂ ਸੜਕਾਂ ਵੀ ਬਣਵਾਈਆਂ ਨੇ ਉੱਥੇ ਨੂੰ, ਤੇ ਮੈਨੂੰ ਪਤਾ ਹਜ਼ਾਰਾਂ ਯਾਤਰੀ ਹਰ ਸਾਲ ਆਉਂਦੇ ਨੇ, ਸਿਰ ਮੱਥੇ ਤੇ ਸਾਡੇ ਸਾਰਾ ਕੁਝ। ਤੇ ਮੈਂ ਇਸ ਗੱਲ ਦੀ ਮੁਆਫੀ ਮੰਗਦਾ ਜੇ ਮੇਰੇ ਕੋਲ ਜਾਣੇ ਅਣਜਾਣੇ ਦੇ ਵਿੱਚ ਕੋਈ ਲਫ਼ਜ਼ ਨਿਕਲੇ ਨੇ, ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ, ਤੇ ਮੈਂ ਮੁਆਫੀ ਮੰਗਦਾ। ਪਰ ਨਾਲ ਉਹਨਾਂ ਨੇ ਜਿਹੜੀ ਪਹਿਲਾਂ ਗੱਲ ਕੀਤੀ ਉਹ ਕਹਿੰਦੇ ਕਿ ਜਿਹੜੇ ਲੋਕ ਜਿਨ੍ਹਾਂ ਦੇ ਕਰਕੇ ਭਜਨ ਕੀਰਤਨ ਕਰਦੀਆਂ ਹੋਈਆਂ ਸੰਗਤਾਂ ਦੇ ਉੱਪਰ ਗੋਲੀ ਚਲਾ ਦਿੱਤੀ ਗਈ ਹੋਵੇ ਤੇ ਉਹ ਕੋਈ ਕਾਰਵਾਈ ਨਾ ਕੀਤੀ ਉਹਨਾਂ ਨੇ ਹੋਵੇ ਤੇ ਉਹਨਾਂ ਨੇ ਬੇਅਦਬੀ ਕਾਂਡ ਜਿਹੜਾ ਉਹਨਾਂ ਵਿੱਚ ਨਾ ਉਹਨਾਂ ਦਾ ਬੋਲਦਾ ਹੋਵੇ ਤੇ ਉਹ ਮੇਰੇ ਕੋਲੋਂ ਮੁਆਫੀ ਦੀ ਮੰਗ ਨਾ ਕਰਨਾ। ਬਿਲਕੁਲ ਉਹਨਾਂ ਨੇ ਠੋਕ ਕੇ ਵੈਸੇ ਅਕਾਲੀ ਦਲ ਨੂੰ ਇਹ ਜਵਾਬ ਦਿੱਤਾ ਹੈ, ਇੱਕ ਤੀਰ ਦੋ ਨਿਸ਼ਾਨੇ ਜੀ। ਪਰ ਉਹਨਾਂ ਨੇ ਮੁਆਫੀ ਮੰਗ ਲਈ ਹੈ। ਮੇਰੇ ਖਿਆਲ 'ਚ ਇਹ ਮਾਮਲਾ ਰਫਾ ਦਫਾ ਹੋ ਜਾਣਾ ਚਾਹੀਦਾ ਹੈ, ਕਿਉਂਕਿ ਇਦਾਂ ਦੇ ਮਾਮਲੇ ਤੇ ਸਿਰ ਕਾਫੀ ਧਿਰਾਂ ਦੇ ਜਿਹੜੇ ਨੇ ਉੱਚੇ ਹੋ ਜਾਂਦੇ ਨੇ, ਚੁੱਕ ਲੈਂਦੀਆਂ ਨੇ ਫਿਰ ਉਹ। ਪਰ ਹਰੀਸ਼ ਰਾਵਤ ਨੇ ਜਿੰਨੀ ਛੇਤੀ ਗੱਲ ਹੋਈ ਸੀ ਜਾਣੇ ਦੇ ਵਿੱਚ, ਜਿਵੇਂ ਵੀ ਉਹਨਾਂ ਤੋਂ ਹੋਈ ਹੈ, ਇਹ ਉਹਨਾਂ ਨੂੰ ਪਤਾ ਹੋਏਗਾ, ਪਰ ਉਹਨਾਂ ਨੇ ਜਿਸ ਤਰ੍ਹਾਂ ਮੁਆਫੀ ਮੰਗੀ ਇਸ ਤਰ੍ਹਾਂ ਲੱਗਦਾ ਹੈ ਕਿ ਨੋਇੰਗਲੀ ਇੰਟੈਂਸ਼ਨਲੀ ਉਹਨਾਂ ਨੇ ਸ਼ਾਇਦ ਨਾ ਕੀਤਾ ਹੋਵੇ। ਖੈਰ ਚੰਗੀ ਗੱਲ ਹੈ ਕਿ ਉਹਨਾਂ ਨੇ ਮੁਆਫੀ ਮੰਗ ਲਈ ਜੀ। ਇੱਕ ਹੋਰ ਮਾਮਲਾ ਅੱਜ ਕੱਲ੍ਹ ਬੜਾ ਭਖਿਆ ਹੋਇਆ ਆ, ਜਲਿਆਂਵਾਲੇ ਬਾਗ ਦੇ ਨਵੀਨੀਕਰਨ ਨੂੰ ਲੈ ਕੇ ਬੜੀ ਸਿਆਸਤ ਚੱਲ ਰਹੀ ਆ। ਸ਼ਨੀਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਡਿਜੀਟਲੀ ਉਦਘਾਟਨ ਕੀਤਾ ਸੀ ਤੇ ਉਸ ਤੋਂ ਬਾਅਦ ਕੋਈ ਕਹਿੰਦਾ ਵੀ ਸ਼ਹੀਦਾਂ ਦਾ ਅਪਮਾਨ ਹੋ ਗਿਆ ਤੇ ਕੋਈ ਕਹਿੰਦਾ ਮੈਨੂੰ ਤਾਂ ਸੋਹਣਾ ਹੀ ਬੜਾ ਲੱਗਦਾ। ਤੇ ਇਹ ਸੁੰਦਰੀਕਰਨ ਸਹੀ ਹੈ ਜਾਂ ਗਲਤ ਹੈ? ਜੇ ਤੇ ਰਾਹੁਲ ਗਾਂਧੀ ਦੇ ਬਿਆਨ ਦੀ ਗੱਲ ਕੀਤੀ ਜਾਵੇ ਤੇ ਕਾਂਗਰਸ ਦੇ ਹੋਰਨਾਂ ਆਗੂਆਂ ਦੇ ਬਿਆਨਾਂ ਦੀ ਗੱਲ ਕੀਤੀ ਜਾਵੇ, ਉਹਨਾਂ ਨੇ ਤੇ ਇਹੋ ਗੱਲ ਕਿਹਾ ਕਿ ਸ਼ਹੀਦਾਂ ਦਾ ਅਪਮਾਨ ਹੋ ਗਿਆ ਹੈ ਜੀ। ਤੇ ਇਸ ਦੇ ਨਾਲ ਜੋ ਇੱਕ ਨਵੀਨੀ ਦਿੱਖ ਜਿਹੜੀ ਹੈ, ਮਾਡਰਨ ਦਿੱਖ ਜਿਹੜੀ ਇਸ ਨੂੰ ਦੇ ਦਿੱਤੀ ਗਈ ਹੈ, ਉਹ ਕੋਈ ਚੰਗੀ ਗੱਲ ਨਹੀਂ। ਉਹ ਕਹਿੰਦੇ ਇਤਿਹਾਸ ਬਦਲਤਾ, ਇਤਿਹਾਸ ਬਦਲਦੀਆਂ ਵੀ ਗੱਲਾਂ ਉਹਨਾਂ ਨੇ ਕੀਤੀਆਂ। ਤੇ ਕੈਪਟਨ ਅਮਰਿੰਦਰ ਸਿੰਘ ਨੇ ਜਦੋਂ ਪੁੱਛਿਆ, ਉਹ ਕਹਿੰਦੇ ਮੈਨੂੰ ਇਹ ਤਾਂ ਨਹੀਂ ਪਤਾ ਕਿ ਉੱਥੋਂ ਕੀ ਬਦਲੀ ਕੀਤਾ ਗਿਆ, ਪਰ ਸੋਹਣਾ ਲੱਗਦਾ, ਲੁਕਸ ਨਾਈਸ, ਸੋਹਣਾ ਲੱਗਦਾ, ਠੀਕ ਲੱਗਦਾ ਮੈਨੂੰ ਤਾਂ ਦੇਖਣ ਨੂੰ। ਇੱਕ ਤਰ੍ਹਾਂ ਨਾਲ ਉਹ ਰਾਹੁਲ ਗਾਂਧੀ ਦੇ ਬਿਆਨ ਨੂੰ ਕੰਟਰਾਡਿਕਟ ਕਰ ਗਏ। ਖੈਰ ਉਹ ਪੋਲੀਟੀਕਲੀ ਇਸ ਤਰ੍ਹਾਂ ਹੋ ਜਾਂਦਾ ਹੈ। ਪੋਲੀਟੀਕਲ ਬੰਦਿਆਂ ਦੀ ਅਸੀਂ ਨਾ ਗੱਲ ਕਰੀਏ। ਮਾਹਿਰ ਕੀ ਕਹਿੰਦੇ ਨੇ? ਅਸਲੋਂ ਮਾਹਿਰ ਇਹਦੇ ਬਾਰੇ ਖੁਸ਼ ਨਹੀਂ। ਮਾਹਿਰ ਇਹ ਕਹਿੰਦੇ ਨੇ ਕਿ ਇਸ ਤਰ੍ਹਾਂ ਪੁਰਾਣੀਆਂ ਚੀਜ਼ਾਂ ਨੂੰ ਬਿਲਕੁਲ ਨਵੀਨੀ ਦਿੱਖ ਦੇ ਦੇਣੀ, ਇੱਕ ਤੇ ਉਹਨਾਂ ਨੂੰ ਸਾਂਭ ਕੇ ਰੱਖਣਾ ਉਹ ਇੱਕ ਵੱਖਰੀ ਚੀਜ਼ ਹੈ, ਪਰ ਨਵੀਂ ਦਿੱਖ ਦੇ ਦੇਣੀ ਕੀ ਕਹਿ ਦਈਏ ਵੀ ਹੁਣ ਜਿਵੇਂ ਪੁਰਾਣੀਆਂ ਵਿਰਾਸਤੀ, ਜਿਵੇਂ ਕਹਿ ਦਈਏ ਕਿ ਪੁਰਾਣੀਆਂ ਵਿਰਾਸਤੀ ਇਮਾਰਤਾਂ ਨੇ ਭਾਰਤ ਦੇ ਵਿੱਚ, ਜਿਨ੍ਹਾਂ ਦੇ ਹਜ਼ਾਰਾਂ ਸੈਲਾਨੀ ਉਹਨਾਂ ਨੂੰ ਦੇਖਣ ਲਈ ਆਉਂਦੇ ਨੇ, ਟਿਕਟਾਂ ਰੱਖੀਆਂ ਹੋਈਆਂ ਨੇ ਮਹਿੰਗੀਆਂ, ਤੇ ਕੀ ਉਹਨਾਂ ਦੀ ਦਿੱਖ ਵੀ ਕਦੀ ਬਦਲੀ ਜਾ ਸਕੇਗੀ? ਮੇਨ ਢਾਂਚਾ ਤੇ ਉਹੀ ਰਹੇਗਾ ਨਾ।
ਇਹਨਾਂ ਨੇ ਦਿੱਖ ਬਦਲ ਕੇ ਜਿਹੜਾ ਮਾਹਿਰਾਂ ਅਨੁਸਾਰ ਇਹ ਕੋਈ ਚੰਗਾ ਕੰਮ ਨਹੀਂ ਕੀਤਾ ਗਿਆ। ਇਸ ਦੇ ਨਾਲ ਕਈ ਧਿਰਾਂ ਨਾਰਾਜ਼ ਹੋਈਆਂ ਨੇ। ਇਹਨਾਂ ਵਿੱਚੋਂ ਇੱਕ ਬੀਬੀ ਹੈ ਜਿਸ ਨੇ ਅੰਮ੍ਰਿਤਸਰ 1919 ਦੇ ਬਾਰੇ, ਇਸ ਕਤਲੇਆਮ ਦੇ ਬਾਰੇ ਇੱਕ ਕਿਤਾਬ ਲਿਖੀ ਹੋਈ ਹੈ। ਉਹ ਨੋਨ ਨੇ, ਫੋਲੋ ਕਰਦੇ ਰਹਿੰਦੇ ਨੇ, ਇੱਥੇ ਦੇਖਿਆ ਵੀ ਉਹਨਾਂ ਨੇ, ਵਿਜ਼ਿਟ ਕੀਤਾ, ਸਾਰਾ ਕੁਝ ਕੀਤਾ। ਕਿਮ ਵੈਗਨਰ ਲੰਡਨ ਦੇ ਵਿੱਚ ਯੂਨੀਵਰਸਿਟੀ ਦੇ ਪ੍ਰੋਫੈਸਰ ਨੇ ਜੀ। ਉਹਨਾਂ ਨੇ ਕਿਹਾ ਕਿ ਭਾਰਤ ਨੇ ਇਸ ਤਰ੍ਹਾਂ ਦਾ ਨਵੀਨੀਕਰਨ ਕਰਕੇ, ਜਿਸ ਤਰ੍ਹਾਂ ਮੈਂ ਫੋਟੋਆਂ ਦੇਖੀਆਂ ਨੇ, ਇਫੈਕਟਿਵਲੀ ਇਤਿਹਾਸ ਦੇ ਕੁਝ ਨਾਮੋ ਨਿਸ਼ਾਨ ਜਿਹੜੇ ਹਨ ਆਪਣੇ ਹੱਥਾਂ ਨਾਲ ਆਪ ਹੀ ਮਿਟਾ ਦਿੱਤੇ ਨੇ ਜੀ। ਸੋ ਉਹਨਾਂ ਦਾ ਬਿਆਨ ਬਹੁਤ ਮਹੱਤਵਪੂਰਨ ਹੈ, ਇਹਨੂੰ ਸਮਝਿਆ ਜਾਵੇ। ਤੇ ਇਹ ਮੈਂ ਸਮਝਦਾ ਕਿ ਇਸ ਤਰ੍ਹਾਂ ਨਵੀਨੀਕਰਨ ਬਣਾ ਦੇਣਾ। ਉਹਨਾਂ ਨੇ ਫੋਟੋ ਸ਼ੇਅਰ ਕੀਤੀ ਹੈ। ਅਸਲ ਵਿੱਚ ਉਹ ਗਲੀ ਜਿੱਥੋਂ ਜਨਰਲ ਡਾਇਰ ਤੇ ਉਹਨਾਂ ਦੇ ਸਿਪਾਹੀ ਜਿਹੜੇ ਸੀ ਵੜ ਕੇ ਅੰਦਰ ਗਏ ਸੀ ਤੇ ਰਸਤਾ ਬੰਦ ਕਰ ਦਿੱਤਾ ਸੀ, ਭੀੜੀ ਗਲੀ ਹੈ ਉਹ ਗਲੀ ਦੀ ਉਹਨਾਂ ਨੇ ਫੋਟੋ ਜਿਹੜੀ ਸ਼ੇਅਰ ਕੀਤੀ, ਇੱਕ ਪਾਸੇ ਪੁਰਾਣੀ ਗਲੀ ਦੀ ਤੇ ਇੱਕ ਪਾਸੇ ਨਵੀਂ, ਜਿੱਥੇ ਛੋਟੇ ਛੋਟੇ ਬੁੱਤ ਵਗੈਰਾ ਤੇ ਲਾ ਦਿੱਤੇ ਗਏ ਨੇ, ਇਸ ਤਰ੍ਹਾਂ ਕੁਝ ਚਿਹਰੇ ਵਗੈਰਾ ਬਣਾ ਦਿੱਤੇ ਗਏ ਨੇ, ਜਿਵੇਂ ਕੋਈ ਚੀਜ਼ ਬਣਾਈ ਹੁੰਦੀ, ਨਕਲੀ ਚੀਜ਼ ਬਣਾਈ, ਸਾਫ਼ ਦਿਸਦਾ ਹੈ। ਉਹ ਦਿੱਖ ਗਵਾ ਕੇ ਇੱਕ ਨਵੀਂ ਬਣਾ ਦੇਣੀ, ਫਿਰ ਹੋਰ ਕਈ ਚੀਜ਼ਾਂ ਨੂੰ ਗਾਰਡਨ ਤੇ ਪਾਰਕ ਬਣਾ ਦੇਣੇ। ਉਹਨਾਂ ਨੇ ਕਿਹਾ ਬੀਬੀ ਜੀ ਨੇ ਵੀ ਇਹ ਇੱਕ ਜਿਵੇਂ ਇੱਕ ਟੂਰਿਸਟ ਸਪੌਟ ਦੇ ਤੌਰ ਤੇ ਇਸ ਨੂੰ ਡਿਵੈਲਪ ਕਰ ਦਿੱਤਾ ਗਿਆ। ਇਸ ਦੀ ਅਸਲੀ ਇੰਪੋਰਟੈਂਸ ਜਿਹੜੀ ਹੈ, ਉਹਨਾਂ ਨੇ ਕਿਹਾ ਕਿ ਉਸ ਸਮੇਂ ਦੇ ਹਿਸਾਬ ਨਾਲ, ਇਹ ਉਦੋਂ ਦੇ ਰਿਵਾਜਾਂ ਦੇ ਹਿਸਾਬ ਨਾਲ, ਉਦੋਂ ਦੇ ਵਿਰਾਸਤੀ ਢਾਂਚੇ ਦੇ ਹਿਸਾਬ ਨਾਲ, ਉਦੋਂ ਦੀਆਂ ਇਮਾਰਤਾਂ ਕਿਹੋ ਜਿਹੀਆਂ ਹੁੰਦੀਆਂ ਸਨ, ਕੀ ਬਣਦਾ ਸੀ ਤੇ ਅਸਲੋਂ ਸ਼ਕਲਾਂ ਕਿਹੋ ਜਿਹੀਆਂ ਹੁੰਦੀਆਂ ਸੀ ਚੀਜ਼ਾਂ ਦੀਆਂ, ਉਸ ਹਿਸਾਬ ਨਾਲ ਸਾਨੂੰ ਇਹ ਸਾਂਭਣ ਦੀ ਜ਼ਰੂਰਤ ਸੀ। ਪਰ ਇਸ ਨੂੰ ਮਿਟਾ ਕੇ ਭਾਰਤ ਸਰਕਾਰ ਨੇ ਚੰਗਾ ਕੰਮ ਨਹੀਂ ਕੀਤਾ। ਹੁਣ ਇਸ ਦੇ ਬਾਰੇ ਇੱਕ ਹਰ ਜਗ੍ਹਾ ਲਾਈਟ ਐਂਡ ਸਾਊਂਡ ਸ਼ੋਅ ਜਿਹੜਾ ਹੈ, ਭਾਰਤ ਸਰਕਾਰ ਜਿਹੜਾ ਲੇਜ਼ਰ ਸ਼ੋਅ ਵਗੈਰਾ ਚਲਾਉਣ ਦਾ ਯਤਨ ਕਰਦੀ ਹੈ। ਜਿਵੇਂ ਜਿਹੜੇ ਵੀ ਆਰਕੀਓਲੋਜੀਕਲ ਸਰਵੇ ਆਫ ਇੰਡੀਆ ਦੇ ਕੋਲ ਜਿੰਨੀਆਂ ਵੀ ਇਮਾਰਤਾਂ ਹਨ, ਉੱਥੇ ਇਸ ਤਰ੍ਹਾਂ ਦਾ ਚੱਲਦਾ, ਇੱਥੇ ਵੀ ਇਸ ਤਰ੍ਹਾਂ ਦਾ ਚਲਾਉਣ ਦਾ ਯਤਨ ਕੀਤਾ ਜਾਵੇਗਾ। ਪਰ ਅਸਲੋਂ ਰਾਜਨੀਤੀਵਾਨਾਂ ਤੇ ਅਸੀਂ ਗੱਲ ਨਾ ਛੱਡ ਕੇ ਕਰੀਏ। ਦੇਖਣ ਨੂੰ ਸੋਹਣੇ ਦੀ ਤਾਂ ਗੱਲ ਕੋਈ ਮੇਰੇ ਸਾਹਮਣੇ ਕੈਪਟਨ ਅਮਰਿੰਦਰ ਸਿੰਘ ਦਾ ਜਿਹੜਾ ਉਹ ਕੋਈ ਬਣਦੀ ਨਹੀਂ ਉਹਨਾਂ ਦੀ ਗੱਲ ਕਰਨੀ ਜੀ। ਉਹਦੀ ਮਹਾਨਤਾ ਨੂੰ ਜ਼ਾਹਿਰਾ ਤੌਰ ਤੇ ਘਟਾ ਕੇ ਜਾਂ ਬਦਲ ਕੇ ਇਹ ਭਾਰਤ ਸਰਕਾਰ ਨੇ ਚੰਗਾ ਕੰਮ ਨਹੀਂ ਕੀਤਾ, ਜਿਸ ਤੋਂ ਮਾਹਿਰ ਘੱਟੋ ਘੱਟ ਜ਼ਰੂਰ ਨਾਰਾਜ਼ ਨੇ ਜੀ। ਜੇ ਪੰਜਾਬ ਦੀ ਸਿਆਸਤ ਤੋਂ ਨਿਕਲ ਕੇ ਕਿਸਾਨ ਅੰਦੋਲਨ ਦੀ ਗੱਲ ਕਰੀਏ ਤੇ ਉੱਥੇ ਵੀ ਅੱਜ ਕੱਲ੍ਹ ਪੂਰੀ ਸਿਆਸੀ ਪਰਤ ਚੜ ਰਹੀ ਆ। ਸਿਆਸਤ ਬਿਆਨਬਾਜ਼ੀਆਂ ਹੋ ਰਹੀਆਂ ਨੇ, ਗੱਲ ਲਾਠੀਆਂ ਤੋਂ ਲੱਡੂਆਂ ਤੱਕ ਪਹੁੰਚ ਗਈ ਹੈ। ਪਰ ਅੰਦੋਲਨ ਦੀ ਇੱਕ ਤਸਵੀਰ ਰਹੀ ਹੈ ਕਿ ਜਿਹੜੀ ਸਰਕਾਰ ਦੀਆਂ ਜਿਹੜੀਆਂ ਚੁਸਤੀਆਂ ਨੇ ਉਹਦਾ ਬੜਾ ਮਕੂਲ ਜਵਾਬ ਦਿੱਤਾ ਆ। ਜਾਣਨਾ ਤੁਹਾਡੇ ਤੋਂ ਇਹ ਚਾਹਾਂਗੇ ਕਿ ਇਸ ਵੇਲੇ ਦੀ ਮੌਜੂਦਾ ਹਾਲਾਤ ਕੀ ਆ? ਇਸ ਵੇਲੇ ਮੌਜੂਦਾ ਹਾਲਾਤ ਕਿਸਾਨ ਅੰਦੋਲਨ ਤੇ ਜ਼ਾਹਿਰਾ ਤੌਰ ਤੇ ਥੋੜਾ ਜਿਹਾ ਨਾ ਪੋਲੀਟੀਕਲ ਜਿਹੜੀ ਇੱਕ ਸਿਸਟਮ ਹੁੰਦਾ ਹੈ, ਉਸ ਦੇ ਵਿੱਚ ਥੋੜਾ ਜਿਹਾ ਉਲਝਿਆ ਹੈ ਜੀ। ਉਹ ਇਹ ਹੈ ਕਿ ਇੱਕ ਤੇ ਪੰਜਾਬ ਵਿੱਚ ਗੰਨੇ ਦੇ ਕਿਸਾਨਾਂ ਨੇ ਜਿਹੜੀ ਇੱਕ ਸਫਲਤਾ ਜਿਹੜੀ ਆ ਕਾਸ਼ਤਕਾਰਾਂ ਨੇ ਹਾਸਲ ਕੀਤੀ ਹੈ, ਉਸ ਨਾਲ ਖੁਸ਼ੀ ਦਾ ਰੌਂ ਵੀ ਸੀ ਪੰਜਾਬ ਦੇ ਖਾਸ ਖਿੱਤੇ ਦੇ ਵਿੱਚ ਜੀ। ਪਰ ਦਿੱਲੀ ਵੱਲ ਧਿਆਨ ਕਿਵੇਂ ਜਾਣਾ ਹੈ ਤੇ 5 ਸਤੰਬਰ ਦੀ ਜਿਹੜੀ ਮੁਜ਼ੱਫਰਨਗਰ ਦੇ ਵਿੱਚ ਰੈਲੀ ਹੈ, ਉਸ ਦੇ ਵਿੱਚ ਕਿਵੇਂ ਇਕੱਠ ਕਰਨਾ ਹੈ, ਸਾਰੇ ਨੇਤਾਵਾਂ ਦਾ ਜ਼ੋਰ ਤਾਂ ਉਸ ਚੀਜ਼ ਤੇ ਲੱਗਾ ਹੋਇਆ। ਪਰ ਇਸ ਦੇ ਨਾਲ ਹਰਿਆਣੇ ਵਿੱਚ ਜਿੰਨੀਆਂ ਡਿਵੈਲਪਮੈਂਟਸ ਹੋਈਆਂ, ਉਸਨੇ ਥੋੜਾ ਜਿਹਾ ਇਸ ਨੂੰ ਵੱਖਰਾ ਮੋੜ ਦਿੱਤਾ ਜੀ। ਇੱਕ ਤੇ ਗੁਰਨਾਮ ਸਿੰਘ ਛੜੂਨੀ ਜਿਹੜੇ ਸੀ ਉਹ ਸੰਯੁਕਤ ਮੋਰਚੇ ਤੋਂ ਵੱਖ ਹੋਏ ਸਨ। ਉਹਨਾਂ ਨੇ ਰਾਜਨੀਤਿਕ ਜਿਹੜੀ ਇੱਕ ਸੁਰ ਜਿਹੜਾ ਅਲਾਪ ਲਿਆ ਸੀ ਪੰਜਾਬ ਦੇ ਵਿੱਚ, ਉੱਥੋਂ ਤੇ ਮੈਨੂੰ ਲੱਗਦਾ ਕਿ ਥੋੜਾ ਜਿਹਾ ਪਿੱਛੇ ਹਟ ਗਏ ਨੇ। ਪਰ ਹਰਿਆਣੇ ਵਿੱਚ ਉਹ ਸਰਗਰਮ ਨੇ ਪੂਰਨ ਤੌਰ ਤੇ। ਹੁਣ ਸੰਯੁਕਤ ਕਿਸਾਨ ਮੋਰਚੇ ਵੱਲੋਂ ਬਾਰ-ਬਾਰ ਉਹਨਾਂ ਦੇ ਵੱਡੇ ਆਗੂਆਂ ਵੱਲੋਂ ਇਹ ਗੱਲ ਕਹਿਣੀ ਤੇ ਕਹਿਣ ਲਈ ਲੋਕਾਂ ਨੂੰ ਬਾਰ-ਬਾਰ ਠੋਕ ਕੇ ਗੱਲ ਕਹਿਣੀ ਕਿਸਾਨਾਂ ਨੂੰ ਵੀ ਭਾਈ ਵਿਰੋਧ ਅਸੀਂ ਕਰਨਾ, ਸਿਰਫ ਭਾਜਪਾ ਦਾ ਕਰਨਾ ਤੇ ਇੱਥੇ ਤੱਕ ਆਪਣੇ ਆਪ ਨੂੰ ਸੀਮਿਤ ਰੱਖੋ। ਹਰ ਜਗ੍ਹਾ ਹਰ ਵਿਅਕਤੀ ਦਾ, ਹਰ ਪਾਰਟੀ ਦਾ ਵਿਰੋਧ ਕਰਨ ਨਾ ਜਾਓ, ਇਹ ਚੰਗੀ ਗੱਲ ਨਹੀਂ। ਹੁਣ ਇਸ ਨੂੰ ਕਿਸਾਨੀ ਸੰਘਰਸ਼ ਦੇ ਨਾਲ ਜੁੜੇ ਹੋਏ ਨੌਜਵਾਨ ਤੇ ਹੋਰ ਆਗੂ ਕਿਵੇਂ ਲੈਂਦੇ ਨੇ, ਇਸ ਗੱਲ ਦਾ ਅਜੇ ਪਤਾ ਨਹੀਂ। ਪਰ ਮੈਨੂੰ ਲੱਗਦਾ ਹੈ ਕਿ ਵੱਡੇ ਪੱਧਰ ਤੇ ਇੱਕ ਵਿਆਪਕ ਹਮਲਾ ਸੰਯੁਕਤ ਕਿਸਾਨ ਮੋਰਚੇ ਨੂੰ ਮਾਰਨ ਦੀ ਲੋੜ ਹੈ, ਜਿਸ ਦੇ ਤਹਿਤ ਸਪੈਸੀਫਿਕ ਗਾਈਡਲਾਈਨ ਜਿਹੜੀਆਂ ਹਨ, ਜਿਵੇਂ ਬੰਗਾਲ ਦੇ ਵਿੱਚ ਸਨ, ਇਸ ਤਰ੍ਹਾਂ ਦਿੱਤੀਆਂ ਜਾਣ ਕਿ ਤੁਸੀਂ ਕਿਸ ਦਾ ਵਿਰੋਧ ਕਰਨਾ ਹੈ ਤੇ ਕਿਸ ਨੂੰ ਤੁਸੀਂ ਆਪਣੀ ਕਾਰਵਾਈ ਕਰਨ ਦੇਣੀ ਹੈ। ਹੁਣ ਜੇ ਇਹਦੇ ਸਾਰੇ ਘਟਨਾਕ੍ਰਮ ਦੇ ਵਿੱਚ ਫਾਇਦਾ ਫਿਰ ਜਿਹੜਾ ਹੈ ਉਹ ਕਈ ਵਾਰੀ ਹੋਰ ਧਿਰਾਂ ਨੂੰ ਹੋ ਜਾਂਦਾ ਹੈ, ਮੁੱਦੇ ਤੋਂ ਧਿਆਨ ਵੀ ਪਿੱਛੇ ਹਟ ਜਾਂਦਾ ਹੈ ਤੇ ਸਰਕਾਰ ਨੂੰ ਕੁਝ ਕਹਿਣ ਦਾ ਮੌਕਾ ਵੀ ਮਿਲ ਜਾਂਦਾ ਹੈ। ਗੱਲਬਾਤ ਦਾ ਦੌਰ ਇਸੇ ਤਰ੍ਹਾਂ ਜਾਰੀ ਰੱਖਾਂਗੇ, ਪਰ ਇਸ ਵੇਲੇ ਵੇਲਾ ਹੋ ਗਿਆ ਇੱਕ ਛੋਟੇ ਜਿਹੇ ਵਕਫੇ ਦਾ। ਜਲਦ ਹਾਜ਼ਰ ਹੁੰਦੇ ਹਾਂ। ਬ੍ਰੇਕ ਤੋਂ ਬਾਅਦ ਵਿਚਾਰ ਚਰਚਾ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ। ਪੰਜਾਬ ਦੀ ਰਾਜਨੀਤੀ ਤੋਂ ਬਾਅਦ, ਕਿਸਾਨ ਅੰਦੋਲਨ ਤੋਂ ਬਾਅਦ ਹਾਲਾਤ ਅਫਗਾਨਿਸਤਾਨ ਦੇ ਡਿਸਕਸ ਕਰਾਂਗੇ। ਹੁਣ
ਕੁਲਦੀਪ ਜੀ, ਜੇ ਗੱਲ ਅਫਗਾਨਿਸਤਾਨ ਦੀ ਕਰੀਏ ਤੇ ਉੱਥੋਂ ਅਮਰੀਕਾ ਦੀ ਫੌਜ ਦੀ ਮੁਕੰਮਲ ਵਾਪਸੀ ਹੋ ਗਈ ਹੈ। ਇੱਕ ਰਿਪੋਰਟ ਇਹ ਕਹਿੰਦੀ ਹੈ ਵੀ 200 ਨਾਗਰਿਕ ਅਮਰੀਕਾ ਦੇ ਉੱਥੇ ਰਹਿ ਗਏ ਨੇ, ਹਥਿਆਰ ਵੀ ਰਹਿ ਗਏ ਨੇ। ਸਵਾਲ ਮੇਰਾ ਇਹ ਆ ਵੀ ਤਾਲਿਬਾਨ ਉਹਨਾਂ ਹਥਿਆਰਾਂ ਦਾ ਕੀ ਕਰੂ ਹੁਣ? ਤਾਲਿਬਾਨ ਤੇ ਕੀ ਕਰੇਗਾ? USA ਨਾਲ ਤਾਂ ਜਿਹੜੀ ਹੋਈ ਨਾ ਕਿ ਨਿਕਲਣਾ ਖੁਦ ਸੇ ਆਦਮ ਕਾ ਸੁਨਤੇ ਆਏ ਥੇ ਲੇਕਿਨ ਬੜੇ ਬੇਆਬਰੂ ਹੋ ਕੇ ਤੇਰੇ ਕੂਚੇ ਸੇ ਹਮ ਨਿਕਲੇ। ਅਮਰੀਕਾ ਨੇ ਇਸ ਤਰ੍ਹਾਂ ਅਫਗਾਨਿਸਤਾਨ ਛੱਡਣਾ ਹੈ, ਇਸ ਗੱਲ ਦਾ ਕਿਸੇ ਨੂੰ ਅੰਦਾਜ਼ਾ ਨਹੀਂ ਸੀ। ਜੇ ਛੱਡਣਾ ਪਏਗਾ ਕਾਹਲੀ ਦੇ ਵਿੱਚ। ਘੱਟੋ ਘੱਟ ਉਹਨਾਂ ਦੇ 72 ਤੋਂ 73 ਜਹਾਜ਼ 에ਅਰਕ੍ਰਾਫਟ, ਜਿਹਦੇ ਵਿੱਚ ਫਾਈਟਰ ਜੈਟ ਵੀ ਸ਼ਾਮਲ ਨੇ, ਛੋਟੇ ਵੱਡੇ ਹੈਲੀਕਾਪਟਰ ਨੇ ਜਿਨ੍ਹਾਂ ਦੇ ਵਿੱਚ ਸ਼ਨੂਕ ਹੈਲੀਕਾਪਟਰ ਹੈ, ਹੋਰ M17 ਨੇ, 700 ਬਖਤਰਬੰਦ ਗੱਡੀ ਹੈ, 27 ਹਮਵੀਜ਼। ਹਮਰ ਇੱਕ ਗੱਡੀ ਹੁੰਦੀ ਹੈ, ਉਸਨੂੰ ਇੱਕ ਪਿਕਅਪ ਵਾਂਗੂ ਯੂਜ਼ ਕਰਨ ਲਈ ਫੌਜ ਲਈ ਵਰਤੋਂ ਲਈ ਖਾਸ ਤੌਰ ਤੇ ਬਣਾਇਆ ਜਾਂਦਾ ਹੈ। 27 ਉਹ ਨੇ। ਇਹ ਉਹਨਾਂ ਤੋਂ ਇਲਾਵਾ ਨੇ ਜਿਹੜੀਆਂ ਪਹਿਲਾਂ ਉਹਨਾਂ ਨੇ ਅਫਗਾਨ ਨੈਸ਼ਨਲ ਆਰਮੀ ਨੂੰ ਦਿੱਤੀਆਂ ਹੋਈਆਂ ਸਨ ਤੇ ਉਹ ਤਾਲਿਬਾਨ ਨੇ ਪਹਿਲਾਂ ਹੀ ਖੋਲੀਆਂ ਹੋਈਆਂ ਨੇ। ਇਹ ਤੇ ਅਮਰੀਕਾ ਆਪ ਛੱਡ ਗਏ ਨੇ। ਇਸ ਵੇਲੇ ਇਹਨਾਂ ਦੇ ਇੱਥੇ ਜਦੋਂ ਅਮਰੀਕਾ ਨੇ ਇੱਥੋਂ ਛੱਡ ਕੇ ਜਾਣਾ ਅਜੇ ਬਾਕੀ ਸੀ ਤੇ ਤਾਲਿਬਾਨ ਨੇ ਕਬਜ਼ਾ ਕਰ ਲਿਆ ਸੀ। ਅਫਗਾਨ ਨੈਸ਼ਨਲ ਆਰਮੀ ਦੌੜ ਚੁੱਕੀ ਸੀ। 167 ਜਹਾਜ਼ ਜਿਹੜੇ ਨੇ ਛੋਟੇ ਵੱਡੇ ਉਹ ਤਾਲਿਬਾਨ ਪਹਿਲਾਂ ਆਪਣੇ ਕਬਜ਼ੇ 'ਚ ਲੈ ਚੁੱਕਾ ਸੀ ਅਫਗਾਨ ਨੈਸ਼ਨਲ ਆਰਮੀ ਤੋਂ। ਤੇ ਅਮਰੀਕਾ ਦੇ ਆਪਣੇ ਅੰਕੜਿਆਂ ਮੁਤਾਬਕ 3,58,000 ਰਾਈਫਲਾਂ, 64,000 ਮਸ਼ੀਨ ਗੰਨਾਂ, 25,000 ਗ੍ਰਨੇਡ ਲਾਂਚਰ ਤੇ ਤਕਰੀਬਨ 2,000 ਦੇ ਲਾਗੇ ਹਮਵੀ ਜਿਹੜੀਆਂ ਗੱਡੀਆਂ ਨੇ ਉਹ ਅਫਗਾਨਿਸਤਾਨ ਦੇ ਵਿੱਚ ਪਹਿਲਾਂ ਹੀ ਉਹਨਾਂ ਨੇ ਲਿਆ ਕੇ ਦਿੱਤੀਆਂ ਹੋਈਆਂ ਸਨ ਜੋ ਤਾਲਿਬਾਨ ਦੇ ਕਬਜ਼ੇ 'ਚ ਨੇ। ਹੁਣ ਜਦੋਂ ਇੰਨੀ ਵੱਡੀ ਮਾਤਰਾ ਦੇ ਵਿੱਚ ਇੰਨੇ ਖਤਰਨਾਕ ਹਥਿਆਰ, ਜਹਾਜ਼, ਹੈਲੀਕਾਪਟਰ ਛੱਡ ਗਏ ਨੇ, ਕਿ ਤਾਲਿਬਾਨ ਤੇ ਯਕੀਨ ਕਰਦੇ ਨੇ ਕਿ ਤਾਲਿਬਾਨ ਉਹਨਾਂ ਨੂੰ ਸਹੀ ਤਰੀਕੇ ਨਾਲ ਵਰਤੇਗਾ? ਜੇ ਅਮਰੀਕਨਾਂ ਦੀ ਗੱਲ ਮੰਨੀ ਜਾਵੇ ਤਾਂ ਉਹ ਕਹਿੰਦੇ ਨੇ ਕਿ ਸਾਡੇ ਲਈ ਇੱਕਦਮ ਇਹ ਸਾਰਾ ਕੁਝ ਲਿਜਾਣਾ ਸੰਭਵ ਨਹੀਂ ਸੀ ਤੇ ਲਿਜਾਣ ਲਈ ਖਰਚਾ ਵੀ ਵੱਧ ਹੋਣਾ ਸੀ, ਇਸ ਕਰਕੇ ਅਸੀਂ ਇਹਨਾਂ ਨੂੰ ਛੱਡਣਾ ਬਿਹਤਰ ਸਮਝਿਆ। ਉਹ ਜਿਵੇਂ ਕਹਿੰਦੇ ਨੇ ਕਿ ਉਹ ਇੱਕ ਅਫਸਾਨਾ ਜਿਸੇ ਅੰਜਾਮ ਤੱਕ ਲਾਣਾ ਨਾ ਹੋ ਮੁਮਕਿਨ, ਉਸੇ ਇੱਕ ਖੂਬਸੂਰਤ ਮੋੜ ਦੇ ਕਰ ਛੋੜਨਾ ਅੱਛਾ। ਇਹ ਆਪਣੇ ਵੱਲੋਂ ਮੋੜ ਦਿੱਤਾ ਉਹਨਾਂ ਨੇ, ਪਰ ਤਾਲਿਬਾਨ ਦੀਆਂ ਤਾਂ ਪੰਜੇ ਘਿਓ ਚ ਹੋ ਗਈਆਂ। ਪਰ ਨਹੀਂ, ਅਮਰੀਕਾ ਦੀ ਟੈਕਨੋਲੋਜੀ ਤੇ ਸਾਨੂੰ ਕੋਈ ਸ਼ੱਕ ਨਹੀਂ ਨਾ। ਉਹ ਕਹਿੰਦੇ ਨੇ ਕਿ ਜਿੰਨੇ ਜਹਾਜ਼ ਨੇ, ਜਿੰਨੇ ਬਖਤਰਬੰਦ ਗੱਡੀਆਂ ਨੇ, ਇਹਨਾਂ ਨੂੰ ਅਸੀਂ ਤਕਰੀਬਨ ਜ਼ੀਰੋ ਕਰਕੇ ਚੱਲੇ ਆ, ਚੱਲਣ ਯੋਗ ਨਹੀਂ ਉੱਡਣਗੇ, ਜਹਾਜ਼ ਦੁਬਾਰਾ ਨਹੀਂ ਉੱਡਣਗੇ। ਪਰ ਜਿਹੜੇ ਥੋੜੇ ਕੁ ਉਹਨਾਂ ਨੇ ਪਹਿਲਾਂ ਕਬਜ਼ੇ 'ਚ ਕਰ ਲਏ ਸੀ, ਉਹਨਾਂ 'ਚੋਂ ਕੱਲ੍ਹ ਇੱਕ ਹੈਲੀਕਾਪਟਰ ਉੱਡਦਾ ਵਿਖਾਈ ਦਿੱਤਾ। ਤਾਲਿਬਾਨ ਨੇ ਕਹਿੰਦੇ ਨੇ ਕਿ ਦਿਖਾਇਆ ਲੋਕਾਂ ਨੂੰ ਕਿ ਅਸੀਂ ਹੁਣ ਹਵਾਈ ਖੇਤਰ ਵੀ ਸਾਡੇ ਕੋਲ ਹੈ। ਤੇ ਉਸ ਹਵਾਈ ਖੇਤਰ ਨੂੰ ਕਿਵੇਂ ਕੰਟਰੋਲ ਕਰਦੇ ਨੇ, ਗਵਾਹ ਦੱਸ ਰਹੇ ਨੇ ਕਿ ਉਸ ਹੈਲੀਕਾਪਟਰ ਦੇ ਨਾਲ ਇੱਕ ਵਿਅਕਤੀ ਨੂੰ ਲਮਕਾਇਆ ਹੋਇਆ ਸੀ ਜੋ ਟਰਾਂਸਲੇਟਰ ਸੀ, ਦੋਭਾਸ਼ੀਆ ਸੀ, ਜੋ ਕਦੇ ਅਮਰੀਕਨ ਫੌਜ ਦੇ ਨਾਲ ਕੰਮ ਕਰਦਾ ਰਿਹਾ ਸੀ। ਉਸ ਦਾ ਕੀ ਬਣਿਆ ਇਸ ਬਾਰੇ ਕਿਸੇ ਨੂੰ ਪਤਾ ਨਹੀਂ ਹੈ। ਤਾਲਿਬਾਨ ਦੇ ਬਾਰੇ ਇਹ ਵੀ ਕੋਈ ਮਾਹਰ ਕਹਿ ਰਹੇ ਨੇ ਕਿ ਇਹ ਉਹ ਅੱਤਵਾਦੀ ਜਾਂ ਕੱਟੜਵਾਦੀ ਸਮੂਹ ਬਣ ਗਿਆ ਹੈ ਜਿਨ੍ਹਾਂ ਕੋਲ ਆਪਣੀ ਏਅਰ ਫੋਰਸ ਹੈ ਹੁਣ, ਪਹਿਲਾਂ ਨਹੀਂ ਸੀ। ਹਵਾਵਾਂ ਤੇ ਵੀ ਰਾਜ ਉਹਨਾਂ ਦਾ ਹੋਵੇਗਾ। ਪਰ ਅਮਰੀਕਾ ਦਾ ਸਮਾਨ ਉਹ ਵਰਤ ਸਕਣਗੇ ਕਿ ਨਹੀਂ? ਜੇ ਅਮਰੀਕਨਾਂ ਦੀ ਗੱਲ ਮੰਨੀ ਜਾਵੇ ਤਾਂ ਵਰਤ ਨਹੀਂ ਜੇ ਹੋਣਾ। ਜਦੋਂ ਬਿਨ ਲਾਦਨ ਨੂੰ ਚੁੱਕਣ ਵਾਸਤੇ, ਮਾਰਨ ਵਾਸਤੇ ਐਬਟਾਬਾਦ ਦੇ ਵਿੱਚ ਅਮਰੀਕਾ ਦੇ ਹੈਲੀਕਾਪਟਰ ਆਏ, 2 ਹੈਲੀਕਾਪਟਰ ਪਹਿਲਾਂ ਭੇਜੇ ਸੀ ਰਾਤ ਦੇ ਹਨੇਰੇ ਦੇ ਵਿੱਚ। ਉਹਨਾਂ ਦੀ ਆਵਾਜ਼ ਵੀ ਘੱਟ ਸੀ ਤੇ ਉਹ ਰਡਾਰ ਦੇ ਵਿੱਚ ਵੀ ਨਹੀਂ ਆਉਂਦੇ ਸਨ। ਉਹ ਆ ਕੇ ਜਦੋਂ ਉਤਰਨ ਲੱਗਦੇ ਨੇ, ਇੱਕ ਉੱਥੇ ਕ੍ਰੈਸ਼ ਹੋ ਜਾਂਦਾ ਹੈ। ਬਚ ਜਾਂਦੇ ਨੇ ਸਾਰੇ ਅਮਰੀਕਨ ਤੇ ਸੱਟ ਫੇਟ ਕਿਸੇ ਦੇ ਨਹੀਂ ਲੱਗਦੀ। ਪਰ ਕਿਉਂਕਿ ਲੋਕ ਜ਼ਿਆਦਾ ਸੀ ਤੇ ਉਹਨਾਂ ਨੂੰ ਲੈ ਕੇ ਵੀ ਜਾਣਾ ਸੀ ਤੇ ਬਿਨ ਲਾਦਨ ਦੀ ਬੋਡੀ ਵੀ ਜਾਣੀ ਸੀ ਤੇ ਹੋਰ ਵੀ ਸਮਾਨ, ਸਾਜੋ ਸਮਾਨ ਚੁੱਕਣਾ ਸੀ ਉੱਥੋਂ। ਇੱਕ ਹੈਲੀਕਾਪਟਰ ਹੋਰ ਮੰਗਾਇਆ ਗਿਆ ਤੇ ਜਦੋਂ ਉਹ ਪਿੱਛੋਂ ਮੰਗਾਇਆ ਹੋਇਆ ਹੈਲੀਕਾਪਟਰ ਜੋ ਬੈਕਅਪ ਲਈ ਪਿੱਛੇ ਰੋਕਿਆ ਗਿਆ ਸੀ, ਉਹ ਵੀ ਆ ਗਿਆ ਤੇ ਇੱਕ ਨਾਲ ਜਿਹੜੇ ਪਹਿਲਾਂ 2 ਆਏ ਸੀ ਉਹਨਾਂ 'ਚੋਂ ਵੀ ਇੱਕ ਉੱਡ ਗਿਆ ਤੇ ਜਿਹੜਾ ਬਚ ਗਿਆ ਸੀ ਉਸ ਵਿੱਚ ਟਾਈਮ ਬੰਬ ਫਿੱਟ ਕਰਕੇ ਉਸ ਦਾ ਵੱਡਾ ਧਮਾਕਾ ਕਰਕੇ ਉਸ ਨੂੰ ਉੱਥੇ ਖਤਮ ਕਰ ਦਿੱਤਾ ਗਿਆ ਤਾਂ ਕਿ ਦੁਸ਼ਮਣ ਦੇ ਹੱਥ ਉਹਨਾਂ ਦੀ ਸਟੈਲਥ ਟੈਕਨੋਲੋਜੀ ਜਿਹੜੀ ਹੈ ਉਹ ਨਾ ਲੱਗੇ। ਹੁਣ ਇਹ ਟੈਕਨੋਲੋਜੀ ਤੇ ਆਪ ਛੱਡ ਗਏ ਨੇ ਉਹ। ਇੱਕ ਤੇ ਇਹਨਾਂ ਨੇ ਕਾਹਲੀ ਵਿੱਚ ਲਏ ਹੋਏ ਫੈਸਲੇ 'ਚ ਤੇ ਤਾਲਿਬਾਨ ਨੇ ਜਿਹੜੀ ਉਹਨਾਂ ਦੀ ਡੈਡਲਾਈਨ ਸੀ ਉਸ ਨੂੰ ਕਹਿਤਾ ਕਿ 31 ਅਗਸਤ ਤੇ 31 ਅਗਸਤ ਹੋਣੇ ਤੋਂ ਗਾਂਹ ਨਹੀਂ ਜੇ ਤੁਸੀਂ ਜਾਣਾ। ਪਰ ਤਾਲਿਬਾਨ ਇਸ ਨੂੰ ਕਿੰਝ ਵਰਤੇਗਾ ਇਸ ਬਾਰੇ ਅਜੇ ਕੁਝ ਪਤਾ ਨਹੀਂ। ਤਾਲਿਬਾਨ ਕੋਲ ਕੀ ਇੰਨਾ ਦਿਮਾਗ ਹੈ ਕਿ ਇਹਨਾਂ ਨੂੰ ਦੁਬਾਰਾ ਚਾਲੂ ਕਰ ਸਕਣਗੇ? ਹੁਣ ਇੱਥੇ ਅਮਰੀਕਨ ਸਰਕਾਰ ਤੇ ਕਹਿੰਦੀ ਨਹੀਂ, ਪਰ ਜਿਹੜੇ ਪ੍ਰਾਈਵੇਟ ਮਾਹਰ ਨੇ ਉਹ ਕੀ ਕਹਿੰਦੇ ਨੇ? ਉਹ ਕਹਿੰਦੇ ਨੇ ਕਿ ਇਹ ਜੇ ਚਲਾ ਵੀ ਲੈਣ ਤੇ 에ਅਰਕ੍ਰਾਫਟ ਜਿੰਨੇ ਹੁੰਦੇ ਨੇ, ਜਹਾਜ਼ ਤੇ ਹੈਲੀਕਾਪਟਰ, ਖਾਸ ਤੌਰ ਤੇ ਜੰਗੀ ਬੇੜਾ ਜਿੰਨਾ ਹੁੰਦਾ ਹੈ, ਇਹਦੇ ਬਾਰੇ ਇਹਦੀ ਟੈਕਨੋਲੋਜੀ, ਇਹਦੀ ਸਾਂਭ ਸੰਭਾਲ, ਇਹਦਾ ਰੱਖ ਰਖਾਓ ਇੰਨਾ ਮਹਿੰਗਾ ਤੇ ਪੇਚੀਦਾ ਤੇ ਬਰੀਕ ਹੈ, ਤਾਲਿਬਾਨ ਦੇ ਬਸ ਦੀ ਇਹ ਗੱਲ ਨਹੀਂ ਹੋਵੇਗੀ। ਪਰ ਕੀ ਤਾਲਿਬਾਨ ਇਕੱਲਾ ਹੈ ਇਸ ਮਾਮਲੇ 'ਚ?
ਤਾਲਿਬਾਨ ਦੇ ਵਿੱਚ ਬਾਕੀ ਸਾਰੇ ਦੇਸ਼ਾਂ ਨੇ ਸਫਾਰਤਖਾਨੇ ਬੰਦ ਕਰ ਲਏ ਨੇ, ਜੀ ਪਰ ਕੱਲੇ ਚੀਨ, ਈਰਾਨ, ਪਾਕਿਸਤਾਨ, ਕਤਰ, ਇਹਨਾਂ ਮੁਲਕਾਂ ਦੇ ਸਫਾਰਤਖਾਨੇ ਜਿਹੜੇ ਨੇ ਉਹ ਅਜੇ ਵੀ ਚੱਲ ਰਹੇ ਨੇ, ਖੁੱਲੇ ਹੋਏ ਨੇ। ਜੀ ਤੇ ਜੇ ਅਮਰੀਕਾ ਉੱਥੋਂ ਆ ਗਿਆ, ਚੀਨ ਤੇ ਉੱਥੇ ਹੀ ਹੈ, ਆਸੇ-ਪਾਸੇ ਗੁਆਂਢ 'ਚ ਹੀ ਬੈਠਾ ਹੋਇਆ, ਪਾਕਿਸਤਾਨ ਵੀ ਉੱਥੇ ਹੀ ਹੈ, ਜਿਨ੍ਹਾਂ ਕੋਲ ਸਾਰੀ ਤਕਨੀਕ ਹੈ, ਨਾਲੇ ਖੁਸ਼ ਬੜੇ ਨੇ ਉਹ। ਖੁਸ਼ ਬੜੇ ਨੇ ਕਿ ਅਮਰੀਕਾ ਇੱਥੋਂ ਨਿਕਲ ਗਿਆ। ਪਰ ਕੀ ਅਮਰੀਕਾ ਇਸ ਤਰ੍ਹਾਂ ਇਸ ਖਿੱਤੇ ਨੂੰ ਛੱਡ ਬੈਠਾ ਹੈ? ਇਸ ਗੱਲ ਬਾਰੇ ਅਜੇ ਕੁਝ ਪਤਾ ਨਹੀਂ। ਇਹ ਰਾਜ਼ ਜਿਹੜਾ ਹੈ ਨਾ ਆਉਣ ਵਾਲੇ ਸਾਲਾਂ ਦੀ ਹਿੱਕ ਦੇ ਵਿੱਚ ਛੁਪਿਆ ਹੋਇਆ। ਜੀ ਜਿਹੜੇ ਜਹਾਜ਼ ਪਹਿਲਾਂ ਅਫਗਾਨ ਨੈਸ਼ਨਲ ਆਰਮੀ ਦੇ ਕੋਲ ਸਨ, ਉਹਨਾਂ ਬਾਰੇ ਵੀ ਪੱਕਾ ਨਹੀਂ ਕਿ ਤਾਲਿਬਾਨ ਦੇ ਕੋਲ ਹਨ ਜਾਂ ਨਹੀਂ, ਜਾਂ ਅਫਗਾਨ ਨੈਸ਼ਨਲ ਆਰਮੀ ਨੇ ਪਹਿਲਾਂ ਉਹਨਾਂ ਨੂੰ ਕਿਸੇ ਟਿਕਾਣੇ ਤੇ ਲਾ ਦਿੱਤਾ ਹੈ ਕਿ ਅਮਰੀਕਾ ਇੰਨਾ ਸਮਾਰਟ ਹੈ ਕਿ ਉਹਨਾਂ ਨੂੰ ਪਤਾ ਲੱਗ ਗਿਆ ਸੀ ਕਿ ਹੁਣ ਵੜਨ ਵਾਲੇ ਨੇ ਤੇ ਇਹਨਾਂ ਨੂੰ ਲੈ ਜਾਓ ਇੱਥੋਂ। ਦੱਸਿਆ ਜਾਂਦਾ ਹੈ ਕਿ ਤਾਜਿਕਸਤਾਨ ਦੇ ਇੱਕ ਹਵਾਈ ਪੱਟੇ ਦੇ ਉੱਪਰ ਬਹੁਤ ਵੱਡੀ ਗਿਣਤੀ ਜਿਹੜੀ ਹੈ ਇਸ ਤਰ੍ਹਾਂ ਜਹਾਜ਼ਾਂ ਦੀ ਦੇਖੀ ਗਈ ਹੈ, ਉਹਨਾਂ ਦੀ ਪਛਾਣ ਵੀ ਕੀਤੀ ਗਈ ਹੈ ਕਿ ਫਲਾਣੇ ਫਲਾਣੇ ਨੇ ਜੋ ਅਫਗਾਨਿਸਤਾਨ ਨੂੰ ਦਿੱਤੇ ਹੋਏ ਸਨ। ਸੋ ਇਸ ਦਾ ਮਤਲਬ ਕਿ ਤਾਲਿਬਾਨ ਦੇ ਹੱਥ ਹੋ ਸਕਦਾ ਕਿ ਬਹੁਤ ਥੋੜ੍ਹੇ ਜਿਹੇ ਹਥਿਆਰ ਆਏ ਹੋਣਗੇ, ਪਰ ਤਾਲਿਬਾਨ 1 ਨਾਲੋਂ ਤਾਲਿਬਾਨ 2 ਜਿਹੜਾ ਹੁਣ ਉੱਥੇ ਇਸ ਵੇਲੇ ਕਾਬਜ਼ ਹੈ ਉਹ ਵੱਖਰਾ। ਇਸ ਤਰ੍ਹਾਂ ਕਿ ਪਹਿਲਾਂ ਕਹਿੰਦੇ ਟੁੱਟੀਆਂ ਫੁੱਟੀਆਂ ਪਿਕਅਪ ਗੱਡੀਆਂ ਸੀ ਤੇ ਜੰਗ ਲੱਗੀਆਂ ਹੋਈਆਂ ਅਸਾਲਟ ਰਾਈਫਲਾਂ ਸੀ ਉਹਨਾਂ ਕੋਲ, ਤੇ ਹੁਣ ਉਹਨਾਂ ਕੋਲ ਹਰ ਤਰ੍ਹਾਂ ਦੇ ਹਥਿਆਰ ਨੇ। ਤੇ ਉਹੋ ਹੀ ਉਹਨਾਂ ਨੇ ਸਲਵਾਰ ਕਮੀਜ਼ ਵਾਲੀ ਡਰੈਸ ਵੀ ਹੁਣ ਸਾਰੇ ਨਹੀਂ ਪਾਉਂਦੇ। ਏਅਰਪੋਰਟ ਤੇ ਜਦੋਂ ਉਹਨਾਂ ਨੇ ਕਬਜ਼ਾ ਕੀਤਾ ਹੈ ਤੇ ਉਸ ਕਬਜ਼ੇ ਤੋਂ ਬਾਅਦ ਡਰੈਸ ਵਾਲੇ ਤੇ ਵਧੀਆ ਰਾਈਫਲਾਂ ਵਾਲੇ ਤੇ ਵਧੀਆ ਹਥਿਆਰਾਂ ਵਾਲੇ ਕੋਟ ਦੇ ਵਿੱਚ ਬੂਟਾਂ ਵਾਲੇ ਵਿਅਕਤੀ ਜਿਹੜੇ ਨੇ ਉਹ ਉੱਥੇ ਰਾਖੀ ਕਰਦੇ ਵੇਖੇ ਗਏ ਨੇ, ਜਿਹਨੂੰ ਪਾਕਿਸਤਾਨ ਸਕਾਰਾਤਮਕ ਤਾਲਿਬਾਨ ਕਹਿੰਦਾ ਜੀ। ਸੋ ਇਹ ਸਥਿਤੀ ਹੈ। ਅਮਰੀਕਾ ਇਸ ਵੇਲੇ ਉੱਥੋਂ ਨਿਕਲ ਚੁੱਕਾ ਹੈ। ਉਹਨਾਂ ਦੀਆਂ ਫੋਟੋਆਂ ਵੀ ਆ ਗਏ ਨੇ ਕਿ ਆਖਰੀ ਕਮਾਂਡਰ ਉਹਨਾਂ ਦਾ ਉੱਥੋਂ ਨਿਕਲ ਗਿਆ, ਪਰ ਅਸਲ ਵਿੱਚ ਕੀ ਉਹ ਸੱਚੀ ਮੁੱਚੀ ਨਿਕਲ ਗਏ ਨੇ ਜਾਂ ਕੋਈ ਉਹਨਾਂ ਜਹਾਜ਼ਾਂ ਦੇ ਵਿੱਚ ਕੋਈ ਜਾਂ ਹੋਰ ਕਿਤੇ ਇਹੋ ਜਿਹੀ ਟੈਕਨੋਲੋਜੀ ਪਾ ਗਏ ਨੇ ਜਿਹੜੀ ਭਵਿੱਖ ਵਿੱਚ ਉਹਨਾਂ ਲਈ ਕਾਰਗਰ ਸਾਬਤ ਹੋਵੇਗੀ ਤੇ ਜਿਹੜੀ ਤਾਲਿਬਾਨ ਨੂੰ ਸਮਝ ਨਹੀਂ ਆਉਣੀ। ਤਾਲਿਬਾਨ ਤੇ ਆਪਣੀਆਂ ਸੈਲਫੀਆਂ ਪਾਉਣ ਲੱਗ ਪਏ ਨੇ ਕਿ ਜਹਾਜ਼ਾਂ ਵਿੱਚ ਬੈਠੇ ਹੋਏ ਆ ਤੇ ਕਾਕਪਿਟ ਦੇ ਵਿੱਚ ਜਿਨ੍ਹਾਂ ਦੀ ਕਦੇ ਸੁਪਨੇ ਲੈਂਦੇ ਸੀ ਤੇ ਉਹਨਾਂ ਦੇ ਵਿੱਚ ਅੱਜ ਉਹਨਾਂ ਨੂੰ ਚਲਾਉਣ ਨੂੰ ਮਿਲ ਰਹੇ ਨੇ। ਕਿ ਇੰਨੇ ਉਹਨਾਂ ਨੂੰ ਸਮਝਣਾ ਕਿ ਇੰਨੇ ਉਹਨਾਂ ਦੇ ਦਿਮਾਗ ਨਹੀਂ ਕਿ ਉਹ ਇਹਨਾਂ ਜਹਾਜ਼ਾਂ ਨੂੰ ਕਦੇ ਆਪਰੇਟ ਕਰ ਸਕਣ ਜਾਂ ਹੋਰ ਚੀਜ਼ਾਂ ਨੂੰ। ਇਹ ਅਮਰੀਕਾ ਦੀ ਗਲਤੀ ਹੈ ਜਾਂ ਸਾਜ਼ਿਸ਼ ਹੈ ਜਾਂ ਉਹਨਾਂ ਦੇ ਵਾਕਿਆ ਆਪਣੇ ਆਪ ਨੂੰ ਇੰਨਾ ਸੁਪੀਰੀਅਰ ਸਮਝਦੇ, ਇਸ ਬਾਰੇ ਕਹਿ ਨਹੀਂ ਸਕਦੇ। ਇੱਕ ਗੱਲ ਹੋਰ, ਜਿਹੜੇ ਵਰਲਡ ਟ੍ਰੇਡ ਸੈਂਟਰ ਵਿੱਚ ਅੱਜ ਤੋਂ 20 ਸਾਲ ਪਹਿਲਾਂ ਜਹਾਜ਼ ਲੱਗੇ ਸਨ, ਉਹਨਾਂ ਜਹਾਜ਼ਾਂ ਨੂੰ ਚਲਾਉਣ ਦੀ ਟ੍ਰੇਨਿੰਗ ਵੀ ਤੇ ਇਹਨਾਂ ਲੋਕਾਂ ਨੇ ਹਾਸਲ ਕੀਤੀ ਸੀ। ਇਹੋ ਹੀ ਲੋਕ ਸਨ, ਭਾਵੇਂ ਅਮਰੀਕਾ ਦੇ ਵਿੱਚੋਂ ਜਾਂ ਕਿਤੇ ਹੋਰ ਹਾਸਲ ਕੀਤੀ, ਪਰ ਉਹ ਵੀ ਮਾਹਿਰ ਦੱਸਦੇ ਨੇ ਕਿ ਇਸ ਤਰ੍ਹਾਂ ਉੱਚੀਆਂ ਇਮਾਰਤਾਂ ਦੇ ਵਿੱਚ ਸਵਾਰੀਆਂ ਵਾਲੇ ਜਹਾਜ਼ ਲਿਜਾ ਕੇ ਮਾਰ ਦੇਣੇ ਉਹ ਵੀ ਕਿਸੇ ਆਮ ਪਾਇਲਟ ਦਾ ਕੰਮ ਨਹੀਂ। ਸੋ ਜੇ ਉਹ ਸਿੱਖੇ ਸੀ ਤਾਂ ਇਹ ਵੀ ਸਿੱਖ ਸਕਦੇ ਨੇ। ਮੈਂ ਸਮਝਦਾ ਕਿ ਦੁਨੀਆ ਨੂੰ ਖਤਰਾ ਰਹੇਗਾ। ਜੀ ਕੁਲਦੀਪ ਜੀ, ਇਹ ਗੱਲ ਤੇ ਹੋ ਗਈ ਅਮਰੀਕਾ ਦੀ ਤੇ ਤਾਲਿਬਾਨ ਦੀ। ਜਾਣਨਾ ਇਹ ਵੀ ਚਾਹਾਂਗੇ ਕਿ ਭਾਰਤ ਦੀ ਤਾਲਿਬਾਨ ਨਾਲ ਕੀ ਗੱਲਬਾਤ ਚੱਲ ਰਹੀ ਹੈ। ਭਾਰਤ ਦੇ ਦੋਹਾ ਕਤਰ ਦੇ ਵਿੱਚ ਸਫੀਰ ਦੀਪਕ ਮਿੱਤਲ ਤੇ ਤਾਲਿਬਾਨ ਆਗੂ ਸ਼ੇਰ ਮੁਹੰਮਦ ਅਬਾਸ ਦੇ ਨਾਲ ਜਿਹੜੇ ਦੋਹਾ ਕਤਰ ਦੇ ਵਿੱਚ ਨੇ ਉਹਨਾਂ ਦੀ ਆਪਸੀ ਇੱਕ ਮੀਟਿੰਗ ਹੋਈ ਹੈ ਜੀ, ਜਿੱਥੇ ਤਾਲਿਬਾਨ ਨੇ ਕਥਿਤ ਤੌਰ ਤੇ ਗੱਲ ਕੀਤੀ ਹੈ ਕਿ ਅਸੀਂ ਵਪਾਰ ਜਾਰੀ ਰੱਖਾਂਗੇ ਭਾਰਤ ਨਾਲ, ਭਾਵੇਂ ਭਾਰਤ ਨੇ ਆਪਣਾ ਅਮਲਾ ਸਾਰਾ ਉੱਥੋਂ ਬੁਲਾ ਲਿਆ। ਅਜੇ ਸਬੰਧ ਖਤਮ ਹੋ ਗਏ ਨੇ ਵਪਾਰ ਦੇ, ਪਰ ਇਹਨਾਂ ਨੂੰ ਅਸੀਂ ਜਾਰੀ ਰੱਖਣਾ ਚਾਹਾਂਗੇ ਕਿਉਂਕਿ ਪਤਾ ਉਹਨਾਂ ਨੂੰ ਵੀ ਹੈ ਕਿ 3 ਕਰੋੜ 80 ਲੱਖ ਦੀ ਸਾਡੀ ਆਬਾਦੀ ਹੈ ਅਫਗਾਨਿਸਤਾਨ ਦੀ। ਵਰਲਡ ਬੈਂਕ ਨੇ ਤੇ ਹੋਰਨਾਂ ਨੇ ਫੰਡ ਸਾਡੇ ਬੰਦ ਕਰ ਦਿੱਤੇ ਨੇ ਤੇ ਠੂਠਾ ਫੜ ਕੇ ਕਿੱਥੇ ਕਿੱਥੇ ਮੰਗਣ ਜਾਣਾ ਹੈ ਤੇ ਅਸੀਂ ਉੱਥੇ ਵੀ ਨਹੀਂ ਜਾ ਸਕਦੇ ਜਿਨ੍ਹਾਂ ਨੇ ਆਪ ਠੂਠਾ ਫੜਿਆ ਹੋਇਆ ਹੈ। ਤੇ ਭਾਰਤ ਭਾਵੇਂ ਹਾਲਾਤ ਇੱਥੇ ਵੀ ਕੋਈ ਆਰਥਿਕਤਾ ਦੇ ਬਹੁਤੇ ਵਧੀਆ ਨਹੀਂ, ਪਰ ਭਾਰਤ ਨੇ ਅਫਗਾਨਿਸਤਾਨ ਦੇ ਵਿੱਚ ਜੋ ਕੀਤਾ ਹੈ, ਜਿਨ੍ਹਾਂ ਇਨਫਰਾਸਟ੍ਰਕਚਰ ਢਾਂਚਾ ਬਣਾ ਕੇ ਦਿੱਤਾ ਸਹੀ ਮਾਇਨਿਆਂ ਦੇ ਵਿੱਚ, ਤੇ ਮੇਰਾ ਖਿਆਲ ਭਾਰਤ ਨੇ ਉੱਥੇ ਇੱਕ ਫੌਜੀ ਵੀ ਨਹੀਂ ਉੱਥੇ ਭੇਜਿਆ। ਤੇ ਜੇ ਉਹਨਾਂ ਨੂੰ ਗੁੱਸਾ ਗਿਲਾ ਕਿਸੇ ਤੇ ਵੀ ਹੋਵੇ ਕਿ ਸਾਡੇ ਉਹਨਾਂ ਨੇ ਵਿਦੇਸ਼ੀ ਲੋਕਾਂ ਨੂੰ ਮਾਰਿਆ ਜਾਂ ਕੁਝ ਕੀਤਾ, ਤੇ ਭਾਰਤ ਉਸ ਸੂਚੀ ਵਿੱਚ ਸਭ ਤੋਂ ਅਖੀਰ ਤੇ ਹੋਣਾ ਚਾਹੀਦਾ ਹੈ। ਤੇ ਭਾਰਤ ਨਾਲ ਵਪਾਰ ਕਿਵੇਂ ਚੱਲੇਗਾ? ਹਵਾਈ ਵਪਾਰ ਦੀ ਵੀ ਉਹਨਾਂ ਨੇ ਗੱਲ ਕੀਤੀ ਹੈ, ਸੜਕੀ ਵਪਾਰ ਜਾਂ ਸਮੁੰਦਰੀ। ਈਰਾਨ ਦੇ ਵਿੱਚ ਜਿਹੜਾ ਇੱਕ ਬੰਦਰਗਾਹ ਜਿਹੜੀ ਭਾਰਤ ਨੇ ਸਾਂਝੇ ਤੌਰ ਤੇ ਬਣਾਈ ਹੋਈ ਹੈ ਚਾਬਹਾਰ ਦੇ ਵਿੱਚ, ਉਹ ਵੀ ਉਹਨਾਂ ਨੇ ਆਪਰੇਟ ਕਰਨ ਦੀ ਗੱਲ ਕੀਤੀ ਕਿ ਇੱਥੋਂ ਵੀ ਅਸੀਂ ਈਰਾਨ ਦੇ ਜ਼ਰੀਏ ਵੀ ਭਾਰਤ ਨਾਲ ਵਪਾਰ ਜਿਹੜਾ ਜਾਰੀ ਰੱਖਣ ਦੇ ਇੱਛੁਕ ਹਾਂ। ਪਰ ਇਹ ਸਿਰਫ ਇੱਕ ਸ਼ੁਰੂਆਤੀ ਸਟੇਟਮੈਂਟ ਜਿਹੀ ਹੈ ਜਿਹੜੀ ਉਹਨਾਂ ਦੇ ਇੱਕ ਆਗੂ ਨੇ ਦੋਹਾ ਕਤਰ 'ਚ ਦਿੱਤੀ ਹੈ। ਤਾਲਿਬਾਨ ਅਸਲ ਜਦੋਂ ਕਿਤੇ ਸਰਕਾਰ ਬਣੇਗੀ ਤੇ ਫਿਰ ਪਤਾ ਨਹੀਂ ਟੇਬਲ 'ਤੇ ਜਦੋਂ ਗੱਲਬਾਤ ਕਰਨ ਲਈ ਆਉਣਗੇ ਤੇ ਪੇਪਰ ਪੈਨ ਲੈ ਕੇ ਆਉਣਗੇ ਕਿ ਬੰਦੂਕ ਲੈ ਕੇ ਆਉਣਗੇ। ਜੀ, ਸਮਾਂ ਸਾਡੇ ਕੋਲ ਬਹੁਤਾ ਨਹੀਂ ਹੈ, ਪਰ ਜਾਂਦੇ ਜਾਂਦੇ ਸਾਨੂੰ ਇੱਕ ਐਂਡੈਮਿਕ ਸ਼ਬਦ ਦਾ ਜਿਹੜਾ ਮਤਲਬ ਸਮਝਾ ਦਿਓ। ਨਵਾਂ ਹੀ ਸੁਣਿਆ ਸੀ ਤੇ ਐਂਡੈਮਿਕ ਕਰੋਨਾ ਨਾਲ ਸੰਬੰਧਿਤ ਲਫ਼ਜ਼ ਹੈ ਜੀ। ਪੈਂਡੈਮਿਕ ਤੇ ਐਪੀਡੈਮਿਕ ਤੇ ਪਹਿਲਾਂ ਸੁਣੇ ਆ। ਮਹਾਮਾਰੀ ਜਾਂ ਜਿਹੜੀਆਂ ਬਿਮਾਰੀਆਂ ਦੁਨੀਆ ਭਰ ਦੇ ਵਿੱਚ ਫੈਲਦੀਆਂ ਨੇ ਜੀ। ਹੁਣ ਜਦੋਂ ਕੋਈ ਬਿਮਾਰੀ ਖਾਸ ਜਗ੍ਹਾ ਤੇ ਜਿਹੜੀ ਹੈ ਇੱਕ ਜਗ੍ਹਾ ਤੇ ਫੈਲ ਜਾਵੇ ਤੇ ਉੱਥੇ ਉਨੇ ਕੁ ਥਾਂ 'ਚ ਰਹੇ, ਉਹਨੂੰ ਐਪੀਡੈਮਿਕ ਕਿਹਾ ਜਾਂਦਾ ਕਿ ਫਲਾਣੇ ਥਾਂ ਤੇ ਦੇਖੋ ਜੀ ਡੇਂਗੂ ਦਾ ਜਾਂ ਡੇਂਗੀ ਦਾ ਉਹ ਫੈਲ ਗਿਆ ਜਾਂ ਹੈਜ਼ਾ ਫੈਲ ਗਿਆ ਜਾਂ ਹੋਰ ਇਸ ਤਰ੍ਹਾਂ ਦਾ ਕੁਝ ਵੀ ਹੋ ਸਕਦਾ।
ਪੈਂਡੈਮਿਕ ਜਿਹੜਾ ਦੁਨੀਆ ਦੇ ਬਹੁਤੇ ਦੇਸ਼ਾਂ ਵਿੱਚ ਫੈਲ ਜਾਵੇ। ਹੁਣ ਐਂਡੈਮਿਕ ਜਿਹੜਾ ਹੈ ਉਹ ਐਂਡ ਦੇ ਨਾਲ ਇਹ ਖਤਮ ਤਾਂ ਨਹੀਂ ਹੁੰਦਾ। ਇਹ ਕਰੋਨਾ ਨੂੰ ਭਾਰਤ ਦੇ ਬਾਰੇ ਮਾਹਰ ਕੁਝ ਇਹ ਆਖ ਰਹੇ ਨੇ ਕਿ ਹੋ ਸਕਦਾ ਹੈ ਭਾਰਤ ਐਂਡੈਮਿਕ ਵਾਲੀ ਸਟੇਜ ਤੇ ਪਹੁੰਚ ਗਿਆ ਹੋਵੇ ਜਾਂ ਪਹੁੰਚਣ ਵਾਲਾ ਹੋਵੇ। ਹੁਣ ਮਾਹਰ ਇੱਕ ਗੱਲ ਨੂੰ ਤੇ ਮੰਨਦੇ ਨੇ ਕਿ ਤੀਜੀ ਲਹਿਰ ਇੰਨੀ ਜ਼ੋਰਦਾਰ ਭਾਰਤ ਵਿੱਚ ਨਹੀਂ ਹੋਣ ਵਾਲੀ। ਜੀ ਭਾਰਤੀਆਂ ਨੇ ਕੁਝ ਨਾ ਕੁਝ ਗੇਮ ਸਾਂਭ ਲਈ ਹੈ। ਖਾਸ ਤੌਰ ਤੇ ਟੀਕਾਕਰਨ ਦੇ ਵਿੱਚ ਅਸੀਂ ਸਰਕਾਰ ਦੇ ਬਾਰੇ ਲੱਖ ਗੱਲਾਂ ਕਰਦੇ ਹੋਈਏ, ਜੀ ਪਰ ਜਦੋਂ ਦੇ ਸਿਹਤ ਮੰਤਰੀ ਬਦਲੀ ਹੋਏ ਨੇ ਤੇ ਸਿਹਤ ਮੰਤਰੀ ਨੇ ਮੈਂ ਸਮਝਦਾ ਕਿ ਚੰਗਾ ਕੰਮ ਕੀਤਾ ਕਿ ਉਹਨਾਂ ਨੇ ਟੀਕੇ ਬਹੁਤ ਵੱਡੀ ਮਾਤਰਾ ਦੇ ਵਿੱਚ ਲਿਆਂਦੇ ਨੇ ਜੀ। ਔਰ ਟੀਕੇ ਹੁਣ ਜ਼ੋਰਦਾਰ ਤਰੀਕੇ ਨਾਲ ਲੱਗ ਰਹੇ ਨੇ ਤੇ ਰੋਜ਼ ਇੰਨੀ ਵੱਡੀ ਗਿਣਤੀ ਨੂੰ ਟੀਕੇ ਲੱਗਣੇ। ਵਰਲਡ ਹੈਲਥ ਆਰਗੇਨਾਈਜੇਸ਼ਨ ਨੇ ਵੀ ਭਾਰਤ ਨੂੰ ਕਿਹਾ ਕਿ ਤੁਸੀਂ ਇਹ ਚੰਗਾ ਕੰਮ ਕੀਤਾ ਹੈ। ਜੀ ਇਸ ਤੇ ਡਿਪੈਂਡੈਂਟ ਹੈ ਹੁਣ ਭਾਰਤ ਕੇ। ਪਰ ਕੀ ਜਿਵੇਂ ਬਾਕੀ ਬਿਮਾਰੀ ਐਂਡੈਮਿਕ, ਹੁਣ ਉੱਥੇ ਆਵਾਂ, ਐਂਡੈਮਿਕ ਇਹ ਹੈ ਜਿਵੇਂ ਇਹ ਕਹਿ ਦਈਏ ਕਿ ਇਹਨੇ ਹਮੇਸ਼ਾ ਇੱਥੇ ਹੀ ਰਹਿਣਾ ਕਰੋਨਾ ਨੇ, ਇਹ ਜਾਵੇਗਾ ਨਹੀਂ। ਪਰ ਇਹ ਕੋਈ ਏਡੀ ਘਬਰਾਉਣ ਵਾਲੀ ਗੱਲ ਨਹੀਂ ਜੇ ਇਸ ਨਾਲ ਜੀਣਾ ਸਿੱਖ ਲਈਏ। ਮਾਹਿਰ ਇਹ ਆਖਦੇ ਨੇ ਉਹ ਕਿਵੇਂ, ਜਿਵੇਂ ਬੱਚਿਆਂ ਦੇ ਡੋਜ਼ਸ ਲੱਗਦੀਆਂ ਨੇ ਹੈਪੇਟਾਈਟਸ ਦੀਆਂ ਹੋਰਨਾਂ ਬਿਮਾਰੀਆਂ ਦੇ ਸ਼ੁਰੂ ਵਿੱਚ ਜਿਹੜੇ ਨੇ ਟੀਕੇ ਲੱਗ ਜਾਂਦੇ ਨੇ ਛੋਟੇ, ਇਸੇ ਤਰ੍ਹਾਂ ਇਹਦੇ ਵੀ ਹੋ ਸਕਦਾ ਕਿ ਕਰੋਨਾ ਤੋਂ ਬਚਾਅ ਲਈ ਵੀ ਸਾਨੂੰ ਬਚਪਨ ਦੇ ਵਿੱਚ ਹੀ ਬੱਚਿਆਂ ਨੂੰ ਜਾਂ ਕਿਸੇ ਹੋਰ ਨੂੰ ਬੂਸਟਰ ਡੋਜ਼ ਲਾਉਣੀ ਪੈ ਸਕਦੀ ਹੈ। ਸੋ ਇਹ ਇੱਥੇ ਬਿਮਾਰੀ ਰਹਿ ਸਕਦੀ ਹੈ, ਪਰ ਅਜੇ ਮਾਰ ਕਹਿੰਦੇ ਨੇ ਕਿ ਅਜੇ ਅਸੀਂ ਉਸ ਸਥਿਤੀ ਤੇ ਪਹੁੰਚਿਆ ਨਹੀਂ ਭਾਰਤ, ਪਰ ਹੋ ਸਕਦਾ ਹੈ ਕਿ ਰਹਿਣਾ ਪੈ ਸਕਦਾ ਹੈ। ਜੇ ਇੱਕ ਉਦਾਹਰਨ ਦੇ ਤੌਰ ਤੇ ਕਿਹੜੀਆਂ ਬਿਮਾਰੀਆਂ ਐਂਡੈਮਿਕ ਦੇ ਤੌਰ ਤੇ ਗਿਣੀਆਂ ਜਾ ਸਕਦੀਆਂ ਨੇ, ਉਹਨਾਂ ਵਿੱਚ ਖਸਰਾ ਹੈ, ਸਧਾਰਨ ਫਲੂ ਹੈ, ਹੈਪੇਟਾਈਟਸ A ਐਂਡ B ਹੈ, ਚੇਚਕ, ਮਲੇਰੀਆ, HIV, ਏਡਸ ਵਗੈਰਾ, ਇਹ ਸਾਰੀਆਂ ਜਿਹੜੀਆਂ ਬਿਮਾਰੀਆਂ ਨੇ ਇਸੇ ਲੜੀ ਦੇ ਵਿੱਚ ਗਿਣੀਆਂ ਜਾ ਸਕਦੀਆਂ ਨੇ ਕਿ ਜਿਹੜੀਆਂ ਦੁਨੀਆ ਵਿੱਚ ਆਈਆਂ, ਉਹਨਾਂ ਨੂੰ ਨੁਕਸਾਨ ਵੀ ਹੋਇਆ ਦੁਨੀਆ ਦਾ, ਪਰ ਫਿਰ ਸਮਾਜ ਦੇ ਵਿੱਚੋਂ ਵੜ ਗਈਆਂ, ਰਚ ਗਈਆਂ ਤੇ ਜਿਵੇਂ ਬਾਕੀ ਬਿਮਾਰੀਆਂ ਐਗਜ਼ਿਸਟ ਕਰਦੀਆਂ ਨੇ ਇਸੇ ਤਰ੍ਹਾਂ ਇਹ ਵੀ ਐਗਜ਼ਿਸਟ ਕਰਨ ਦੀ ਸਥਿਤੀ ਵਿੱਚ ਪਹੁੰਚ ਗਈਆਂ ਹੋ ਸਕਦੀ ਹੈ। ਇੱਕ ਕਰੋਨਾ ਨਾਂ ਦੀ ਬਿਮਾਰੀ ਐਂਡੈਮਿਕ ਵਾਲੀ ਸਥਿਤੀ ਅਜੇ ਭਾਰਤ ਵਿੱਚ ਇਸ ਦਾ ਕੋਈ ਇਸ ਤੇ ਮੋਹਰ ਨਹੀਂ ਲੱਗੀ, ਪਰ ਜੇ ਐਂਡੈਮਿਕ ਹੁੰਦੀ ਹੈ ਤੇ ਇਸ ਦਾ ਮਤਲਬ ਇਹ ਹੋਵੇਗਾ ਕਿ ਕਰੋਨਾ ਹਮੇਸ਼ਾ ਲਈ ਇੱਥੇ ਰਹੇਗਾ। ਸਾਨੂੰ ਆਪਣਾ ਲਾਈਫ ਸਟਾਈਲ ਜਿਹੜਾ ਥੋੜਾ ਬਹੁਤਾ ਇਸ ਕਰਕੇ ਬਦਲਣਾ ਪਏਗਾ। ਜੀ ਕੁਲਦੀਪ ਜੀ, ਤੁਸੀਂ ਤੱਥਾਂ ਭਰਪੂਰ ਜਾਣਕਾਰੀ ਸਾਡੇ ਦਰਸ਼ਕਾਂ ਦੇ ਨਾਲ ਸਾਂਝੀ ਕੀਤੀ ਹੈ। ਸਟੂਡੀਓ 'ਚ ਆਉਣ ਲਈ ਤੁਹਾਡਾ ਬਹੁਤ-ਬਹੁਤ ਸ਼ੁਕਰੀਆ। ਅੱਜ ਦੇ ਪ੍ਰੋਗਰਾਮ 'ਚ ਬਸ ਇੰਨਾ ਹੀ। ਨਵਾਂ ਪ੍ਰੋਗਰਾਮ ਨਵੀਆਂ ਗੱਲਾਂ ਨਾਲ ਲੈ ਕੇ ਫਿਰ ਹਾਜ਼ਰ ਹੋਵਾਂਗੇ। ਤਦ ਤੱਕ ਤੁਸੀਂ ਦੇਖਦੇ ਰਹੋ ਪੰਜਾਬੀ ਨੈਸ਼ਨਲ TV। ਉਮੀਦ ਤੁਹਾਡੀ, ਕੋਸ਼ਿਸ਼ ਸਾਡੀ।